सतनाम श्री वाहेगुरु जी। पुज बलबीर ब्रह्म सुख सागर, गरत परत कह ले हो अंगुरिया, गरत परत गह ले हो अंगुरिया। श्रवण ना सुरत नैन सुंदर नहीं, श्रवण ना सुरत नैन सुंदर नहीं। आरत द्वार रटत पिंगुरिया, आरत द्वार रटत पिंगुरिया। दीनानाथ अनाथ करुणा में, दीनानाथ अनाथ करुणा में। साजन मीत पिता मैं तरिया, साजन मीत पिता मैं तरिया। चरण कमल हृदय गह नानक, चरण कमल हृदय गह नानक। भै सागर संत पारे उतरिया, कहाँ बुद्ध प्रभ तुच्छ हमारी, बरन सकह महिमा जो तिहारी, बरन सकह महिमा जो तिहारी। हम न सकत कर सिफत तुम्हारी, आप लिहो तुम कथा सुधारी। ना हो जति सती नहीं पढ़िया, मूर्ख मुग्धा जन्म पाया। प्राणवत नानक तिनकी सरना, जिन तू नाही विसरिया, जिन तू नाही विसरिया। राजान राज भानान भान, देवान देव उपमा महान। चौर छत्र तख्त दे मालिक धन सतगुरु साहिब श्री गुरु ग्रंथ साहिब जी महाराज, तिन्हां दी रहमत भरी गोद दा आनंद प्राप्त कर रही गुरु रूप गुरु सवारी साध संगत जीओ। सतगुरु साहिब जी की अपार कृपा मेहरामत बख्शिश हुई है। महाराज साहब जी ने आप सारिया संगतां नूं उद्यम बख्शिया, रल मिल के
ਇਹ ਗੁਰਮਤਿ ਸਮਾਗਮ ਪ੍ਰਬੰਧਕ ਵੀਰਾਂ ਵੱਲੋਂ ਆਪ ਸਾਰੀ ਸੰਗਤ ਵੱਲੋਂ ਰੱਖੇ ਗਏ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨ, ਸਾਰੀਆਂ ਸੰਗਤਾਂ ਨੂੰ, ਸਮੂਹ ਗੁਰਮੁਖ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਆਪ ਵਸ ਕੇ, ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸਮਾਗਮ ਸਰਵਣ ਕੀਤੇ ਹੋਏ, ਸੇਵਾ ਕੀਤੀ ਹੋਈ ਦਰ ਥਾਂ ਪਾਵਨ। ਗੁਰਮਤਿ ਸਮਾਗਮ ਰੱਖਣ ਦਾ ਪ੍ਰਯੋਜਨ ਹੀ ਇਹ ਹੈ, ਗੁਰਮਤਿ ਦੀ ਗੱਲ ਸੁਣ ਸਕੀਏ, ਉਸ ਨੂੰ ਵਿਚਾਰ ਸਕੀਏ, ਅਤੇ ਗੁਰੂ ਰਹਿਮਤ ਕਰੇ ਜੋ ਇੱਥੇ ਸੁਣਿਆ ਹੈ ਉਹ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਪਿਆਰਿਓ, ਮੇਰੇ ਤੋਂ ਪਹਿਲਾਂ ਆਪ ਜੀ ਅਤੀ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਤਿਨਾਂ ਦੇ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰ ਰਹੇ ਸੀ। ਕੁਝ ਕੁ ਸਮਾਂ ਹੁਕਮ ਹੋਇਆ ਹੈ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੀ। ਮਹਾਰਾਜ ਕਿਰਪਾ ਕਰਨ, ਆਪ ਇਕਾਗਰਤਾ, ਭਾਵਨਾ, ਸ਼ਰਧਾ ਬਖਸ਼ ਕੇ ਆਪਣੇ ਦਰ ਘਰ ਦੀਆਂ ਵਿਚਾਰਾਂ ਸਤਿਗੁਰੂ ਜੀ ਕਰਵਾ ਲੈਣ। ਸਾਰੀ ਸੰਗਤ ਬਖਸ਼ੋ ਅਸੀਸ, ਸਿਰ 'ਤੇ ਰੱਖੋ ਮਿਹਰਾਂ ਭਰਿਆ ਹੱਥ। ਗੁਰੂ ਫਤਿਹ ਪ੍ਰਵਾਨ ਕਰਨੀ ਜੀ, ਗੱਜ ਕੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਸਮਾਗਮ ਖਾਲਸਾ ਜੀ ਦੇ ਸਿਰਜਣਾ ਦਿਵਸ, 84 ਦੇ ਸ਼ਹੀਦ, ਨਾਲ ਨਾਲ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੁਰਗੱਦੀ ਦਿਵਸ ਨੂੰ ਮੁੱਖ ਰੱਖਦਿਆਂ ਆਯੋਜਿਤ ਕੀਤੇ ਗਏ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ ਕਿ ਹੁਣ ਗੱਦੀ 'ਤੇ ਨਹੀਂ, ਹੁਣ ਤਖਤ ਪਰ ਬੈਠਾਂਗੇ। ਹੁਣ ਸੀਸ ਦੇ ਉੱਤੇ ਪਹਿਲਾਂ ਚੱਲਦੀ ਹੋਈ ਪ੍ਰਥਾ ਜੋ ਸੇਲੀ ਦੀ ਸੀ ਉਹ ਨਹੀਂ। ਹੁਣ ਮਹਾਰਾਜ ਜੀ ਕਹਿੰਦੇ ਕਿ ਅਸੀਂ ਆਪਣੇ ਸੀਸ ਦੇ ਉੱਤੇ ਸੋਨਾ ਦਮਾਲਾ ਚੜਾਇਆ ਕਰਾਂਗੇ। 6ਵੇਂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਖਿਆ ਕਿ ਗਲ ਦੇ ਵਿੱਚ ਹੁਣ ਕੇਵਲ ਮਾਲਾ ਨਹੀਂ, ਇਸ ਮਾਲਾ ਦੇ ਨਾਲ 2 ਤਲਵਾਰਾਂ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਅਸੀਂ ਸਜਾ ਕੇ ਰੱਖਣੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਸ ਪੰਥ ਨੂੰ ਇੱਕ ਨਵਾਂ ਮੋੜ ਦਿੱਤਾ। ਆਓ ਪਿਆਰਿਓ, ਥੋੜ੍ਹਾ ਜਿਹਾ ਮੈਂ ਆਪਣਾ ਮਜ਼ਮੂਨ, ਅੱਜ ਦਾ ਜੋ ਟੌਪਿਕ ਹੈ ਉਹ ਇਹ ਰੱਖਣਾ ਹੈ। ਭਾਵੇਂ ਇਹ ਵਿਚਾਰ ਗੁਰਤਾ ਗੁਰਗੱਦੀ ਦਿਵਸ ਵਾਲੇ ਦਿਨ ਵੀ ਆਪ ਜੀ ਨੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਸਰਵਣ ਕੀਤੇ ਮੀਰੀ ਪੀਰੀ ਬਾਰੇ, ਮਹਾਰਾਜ ਦੀ ਗੁਰਗੱਦੀ ਬਾਰੇ। ਇਸ ਕਰਕੇ ਮੈਂ ਇਸ ਪਾਸੇ ਨਹੀਂ, ਪਹਿਲਾਂ ਹੀ ਕਥਾ ਦੀ ਆਰੰਭਤਾ ਵਿੱਚ ਹੀ ਮੈਂ ਜ਼ਿਕਰ ਕਰ ਚੱਲਿਆ ਹਾਂ। ਅੱਜ ਦਾ ਮਜ਼ਮੂਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਸਰਬਲੋ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਸ਼ਲੋਕ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸੇ ਦੀ ਡੈਫੀਨੀਸ਼ਨ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਇਨ ਟੁਡੇਜ਼ ਕਥਾ ਮੈਂ ਥੋੜ੍ਹਾ ਅੰਗਰੇਜ਼ੀ ਬੋਲਾਂਗਾ, ਜਿਨ੍ਹਾਂ ਨੂੰ ਪੰਜਾਬੀ ਦੀ ਥੋੜ੍ਹੀ ਘੱਟ ਸਮਝ ਆਉਂਦੀ ਬੱਚਿਆਂ ਵਾਸਤੇ ਟੂਕ ਮਾਤਰ ਹੀ ਤਰਜਮਾ ਕਰਾਂਗਾ। I'm going to keep the katha focused upon one dohra from Shri Sarblo Granth Sahib Ji Maharaj. Guru Gobind Singh Sahib Ji Maharaj defines the Khalsa. Khalsa ਕੀ ਹੈ? ਪਿਆਰਿਓ, ਆਪਾਂ ਖਾਲਸੇ ਦਾ ਸਿਰਜਣਾ ਦਿਵਸ ਮਨਾ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਸ਼ਸਤਰਾਂ ਦੀ ਦਾਤ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਨਾਲ ਨਾਲ ਜਿਨ੍ਹਾਂ ਨੇ ਇਸ ਪੰਥ ਵਾਸਤੇ ਖੂਨ ਡੋਲਿਆ, ਉਹਨਾਂ ਦੇ ਖੂਨ ਨੂੰ ਨਤਮਸਤਕ ਹੋ ਰਿਹਾ। ਖਾਲਸਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਜ਼ਰੀਏ ਵਿੱਚ, ਇਨ ਦੀ ਆਈਜ਼ ਆਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹੂ ਇਜ਼ ਦ ਖਾਲਸਾ? ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਸਰਬਲੋ ਗ੍ਰੰਥ ਬਾਰੇ ਮੈਂ ਬੇਨਤੀ ਕਰਾਂ। ਇਸ ਗ੍ਰੰਥ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦੁਸ਼ਟ ਦਮਨ ਦੇ ਜਾਮੇ ਵਿੱਚ ਲਿਖਿਆ ਸੀ। ਫਿਰ ਇਹ ਗ੍ਰੰਥ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਉੱਤੇ, ਜਿੱਥੇ ਅੱਜ ਕੱਲ੍ਹ ਬਾਬਾ ਨਿਧਾਨ ਸਿੰਘ ਜੀ ਦਾ ਗੁਰਦੁਆਰਾ ਹੈ,
ਉਹਦਾ ਪਹਿਲਾ ਨਾਂ ਸੀ ਸਰਬਲੋ ਬੁੰਗਾ। ਉਸ ਥਾਂ ਦੇ ਉੱਤੇ ਬੈਠ ਕੇ ਇਹ ਸਾਰੀ ਬਾਣੀ ਜਿਹੜੀ ਇਕੱਤਰਿਤ ਕੀਤੀ ਗਈ, ਲਿਖੀ ਗਈ ਪੰਜਾਬੀ ਦੇ ਵਿੱਚ। ਤੇ ਖਾਸ ਕਰਕੇ ਇਸ ਗ੍ਰੰਥ ਵਿੱਚੋਂ ਆਪ ਜੀ ਇੱਕ ਸ਼ਬਦ ਅਕਸਰ ਪੜ੍ਹਦੇ ਹੋ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿਓ ਸਦ ਸਦ ਸੰਗਾ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਜਾਂ ਆਪ ਜੀ ਪੜ੍ਹਦੇ ਹੋ, ਆਤਮ ਰਸ ਜਿਹ ਜਾਨੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਭੇਵ। ਮੈਂ ਤਾਂ ਕਰਕੇ ਕਿਉਂਕਿ ਅਸੀਂ ਆਖਾਂਗੇ ਕਦੇ ਸੁਣਿਆ ਨਹੀਂ, ਸੁਣਿਆ ਜ਼ਰੂਰ ਹੈ, ਪਰ ਇਸ ਗ੍ਰੰਥ ਬਾਰੇ ਕੁਝ ਕੁ ਵੀਰਾਂ ਨੂੰ ਪਤਾ ਹੋਵੇਗਾ, ਵਰਨਾ ਨਹੀਂ ਪਤਾ ਹੈ। ਸ੍ਰੀ ਸਰਬਲੋ ਗ੍ਰੰਥ ਸਾਹਿਬ ਜੀ was written at Sri Hajur Sahib, where Baba Nidhan Singh Ji's Gurdwara is now. Before that Gurdwara was made, there used to be a Gurdwara called Sarblo Bunga. In that Sarblo Bunga, that is where Guru Gobind Singh Ji wrote Sarblo. But the real writing of Sarblo happened before Guru Gobind Singh Ji came in this life. In the life of Dush Daman, we read about the Sakhiyan about Hemkund Sahib. Guru Gobind Singh Ji mentions it in Bichittar Natak too. That is when Guru Gobind Singh Ji wrote Sri Sarblo. खैर मैं सरबलो ਦੀ ਉਥਾਨਕਾ ਵੱਲ ਨਾ ਜਾਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਸਿਰਫ ਇਸ ਦੋਹਰੇ ਦੇ ਭਾਵਨ ਮਹਾਰਾਜ ਜੀ ਕਹਿੰਦੇ ਜਜਨ ਭਜਨ ਮਮ ਖਾਲਸਾ। ਜਜਨ ਦੇ ਅਰਥ ਅਸੀਂ ਕਰਾਂਗੇ ਪਿਆਰਿਓ ਜਿਹੜੇ ਜਗ ਕੀਤੇ ਜਾਂਦੇ ਹੁੰਦੇ ਸੀ। ਭਜਨ ਦੇ ਅਰਥ ਭਜਨ ਬੰਦਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੇਰੇ ਜੀਵਨ ਦੇ ਅੰਦਰ ਮੇਰੀ ਭਜਨ ਬੰਦਗੀ, ਮੇਰਾ ਕੀਤਾ ਹੋਇਆ ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ ਤਪ ਦੇ ਵਿੱਚੋਂ ਇੱਕ ਸਿੱਟਾ ਨਿਕਲਿਆ, ਜਪੇ ਹੋਏ ਨਾਮ ਦੇ ਵਿੱਚੋਂ ਇੱਕ ਸੰਪੂਰਨ ਮਨੁੱਖ ਸਾਹਮਣੇ ਆਇਆ। ਜਜਨ ਭਜਨ ਮਮ ਖਾਲਸਾ। ਮਹਾਂਪੁਰਸ਼ ਜਦੋਂ ਇਹਦੇ ਅਰਥ ਕਰਦੇ ਸੀ, ਜਿਨ੍ਹਾਂ ਮਹਾਂਪੁਰਸ਼ਾਂ ਦੇ ਕੋਲ ਮੈਨੂੰ ਰਹਿਣ ਦਾ ਸਮਾਂ ਮਿਲਿਆ ਬੁੱਢੇ ਦਲ ਦੇ ਵਿੱਚ, ਉਹ ਕਹਿੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਮੇਰੀ ਸਾਰੀ ਭਜਨ ਬੰਦਗੀ, ਜਿਤਨਾ ਵੀ ਤਪ ਕੀਤਾ ਹੈ ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ, ਜਿਤਨੀ ਵੀ ਬੰਦਗੀ ਕੀਤੀ, ਤੇ ਪਿਆਰਿਓ ਇਹ ਬੰਦਗੀ ਕੇਵਲ ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ ਨਹੀਂ, ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ ਤਾਂ ਮਹਾਰਾਜ ਨੇ ਉਹ ਤਪੱਸਿਆ ਕੀਤੀ। ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧਕ ਜੇ ਬਿਦ ਮੋਹਿਆਨੋ, हेमकुंट पर्वत है जहाँ सप्त श्रृंग शोभत है तहाँ, सप्त श्रृंग तय नाम कहावा, पंड राज जह जोग कमावा, तय हम अधिक तपस्या साधी, महाकाल काल का आराधी, ए विद करत तपस्या भयो, द्वैते एक रूप हो गयो। श्री गुरु गोबिंद सिंह साहब जी महाराज हेमकुंट साहब की पहाड़ी उत्ते बाणी ਆਪਣੇ ਮੁਖ ਦੇ ਨਾਲ ਸਿਮਰਨ ਕਰਦਿਆਂ 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 ਐਸੀ ਅਵਸਥਾ ਪ੍ਰਾਪਤ ਹੋ ਗਈ ਸੀ। ਮਹਾਰਾਜ ਕਹਿੰਦੇ ਸੀ ਕਿ ਉਹ ਅਵਸਥਾ ਦੇ ਵਿੱਚ ਪਰਮਾਤਮਾ ਜੀ ਨਾਲ ਅਸੀਂ ਅਭੇਦ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਈਟਸ ਅਬਾਊਟ ਦ ਤਪੱਸਿਆ ਦੇ ਬੰਦਗੀ ਸ੍ਰੀ ਹੇਮਕੁੰਟ ਸਾਹਿਬ। ਮਹਾਰਾਜ ਜੀ ਸੇਜ਼ ਇਹ ਬਿਦ ਕਰਤ ਤਪੱਸਿਆ ਭਇਓ, ਆਈ ਮੈਡੀਟੇਟਡ ਫॉर ਸੋ ਲੌਂਗ, ਦੁਆਤੇ ਇੱਕ ਰੂਪ ਹੋਇ ਗਇਓ, ਇਟ ਵਾਸ ਨੋ ਲੋਂਗਰ ਮੀ ਐਂਡ ਗॉड, ਵੀ ਬਿਕੇਮ ਵਨ। ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪੰਕਤੀ ਦੇ ਵਿੱਚ ਇਸ ਦੋਹਰੇ ਵਿੱਚ ਕਹਿ ਰਹੇ ਨੇ ਮੇਰੀ ਜ਼ਿੰਦਗੀ ਵਿੱਚ ਜਿਤਨੇ ਜੱਗ, ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਹੜੇ ਜੱਗ ਕੀਤੇ ਭਲਾ ਅਸੀਂ ਪੁੱਛਾਂਗੇ ਕਿ ਮਹਾਰਾਜ ਨੇ ਵੀ ਜੱਗ ਕੀਤੇ। ਪਿਆਰਿਓ ਜੱਗ ਦੇ ਵਿੱਚ ਹਵਨ ਦੀ ਅਗਨੀ ਦੇ ਵਿੱਚ ਵੱਖਰੀਆਂ ਵੱਖਰੀਆਂ ਵਸਤੂਆਂ ਪਾ ਕੇ ਉਹ ਵਾਰੀਆਂ ਜਾਂਦੀਆਂ ਨੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ। ਪਰ ਮੈਂ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹੜਾ ਜੱਗ ਕੀਤਾ। ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਮੁਲਖਈਆ ਸਾਹਮਣੇ ਹੈ, ਆਪਣੀਆਂ ਅੱਖਾਂ ਦੇ ਸਾਹਮਣੇ 5 ਮੁਕਤੇ ਸ਼ਹੀਦ ਹੋ ਗਏ। 5 ਮੁਕਤੇ ਉਹ ਸਨ ਜਿਨ੍ਹਾਂ ਨੇ 5 ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ, ਤੇ ਉਹਨਾਂ ਦੇ ਨਾਂ ਸਾਨੂੰ ਯਾਦ ਹੋਣੇ ਚਾਹੀਦੇ ਆ। ਉਹਨਾਂ ਦੇ ਨਾਮ ਨੇ ਭਾਈ ਦੇਵਾ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ। ਜਦੋਂ ਕਿਤੇ ਨਗਰ ਕੀਰਤਨ ਹੁੰਦਾ ਆ ਜਾਂ ਹੋਰ ਇੱਦਾਂ ਦਾ ਸਮਾਗਮ ਹੁੰਦਾ ਹੈ, ਜਿਹੜੇ 5 ਨਿਸ਼ਾਨ ਸਾਹਿਬ ਲੈ ਕੇ ਖੜੇ ਹੁੰਦੇ ਆ ਸਿੰਘ, ਉਹ 5 ਮੁਕਤੇ ਹੁੰਦੇ। 5 ਮੁਕਤਿਆਂ ਦੀ ਯਾਦ ਵਿੱਚ ਜਿਹੜੇ ਬੈਠੇ ਸੀ ਤਿਆਰ ਸੀ ਕਿ ਜਦੋਂ ਕਲਗੀਆਂ ਵਾਲੇ ਨੰਗੀ ਸ਼ਮਸ਼ੀਰ ਲੈ ਕੇ ਫਿਰ ਬਾਹਰ ਆਉਣਗੇ ਤੇ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂਗੇ, ਅਸੀਂ ਆਪਣਾ ਸੀਸ ਕੁਰਬਾਨ ਕਰਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੈਰਿਟਰੀ ਹਜੂਰ ਸਾਹਿਬ। ਤੇ ਮੈਨੂੰ ਇੱਕ ਗੱਲ ਯਾਦ ਆਈ, ਮਹਾਰਾਜ ਜੀ ਕਹਿ ਰਹੇ ਨੇ ਕਿ ਮੇਰੀ ਭਜਨ ਬੰਦਗੀ ਵਿੱਚੋਂ ਇੱਕ ਰੂਪ ਨਿਕਲਿਆ, ਉਹ ਹੈ ਖਾਲਸਾ।
From my years of meditation, all those years at Hemkund Sahib, what came out of it? The Khalsa. Professor Pooran Singh ji, जिन्हां बारे मैं थोड़ा इस विचार दे विच एक दो होर उन्हां दे जीवन विचों भी प्रमाण आप जी दे सामने रखने आ। वो इतने भजन बंदगी विच गुणवंत सन कि जदों हिंदू महापुरुष भी उन्हां नूं मिलदे सी, वो भी सत्कार दे नाल उन्हां दे चरनी पै जांदे सी। एक बारी प्रोफैसर पूਰਨ सिंह जी देहरादून बैठे सी। ਜਦੋਂ देहरादून बैठे सी तो कुछ हिंदू महापुरुष जोगी ਜਿਹੜੇ जंगलों ਦੇ ਵਿੱਚ ਬੰਦਗੀ ਕਰਦੇ ਆ, ਉਹ ਆਏ ਸੀ प्रोफैसर पूਰਨ सिंह जी ਦੇ दर्शन ਕਰਨ ਵਾਸਤੇ। ਜਦੋਂ प्रोफैसर पूਰਨ सिंह जी ਦੇ दर्शन ਕੀਤੇ, प्रोफैसर पूਰਨ सिंह ਕੋਲ ਬੈਠੇ, ਉਸ ਵੇਲੇ ਪਿਆਰਿਓ प्रोफैसर पूਰਨ सिंह जी ਦੇ ਚਿਹਰੇ ਦੇ ਉੱਤੇ इतना ਨੂਰ ਡਲਕਾਂ ਪਿਆ ਮਾਰਦਾ ਸੀ। ਉਹ महापुरुष उन्होंने बैठ के पूछा, कहते प्रोफैसर साहब आप लोग कौन सी बंदगी करते हैं, कौन सी साधना है आपकी, कौन सी तपस्या है आपकी? What type of meditation is it that you do? Professor Pooran Singh is at Dehradun. Some Hindu saints come and they ask him, they say, what type of meditation do you do? Your face shines so brightly. ਤੁਹਾਡੇ ਚਿਹਰੇ ਉੱਤੇ ਇਤਨਾ ਨੂਰ ਡਲਕਾਂ ਪਿਆ ਮਾਰਦਾ ਹੈ, ਤੁਹਾਡੇ ਚਿਹਰੇ ਦਾ ਇਹ ਜਿਹੜਾ ਪ੍ਰਕਾਸ਼ ਝੱਲਿਆ ਨਹੀਂ ਜਾਂਦਾ, ਸਾਨੂੰ ਦੱਸੋ ਤੁਸੀਂ ਕਿਹੜੀ ਬੰਦਗੀ ਕਰਦੇ ਹੋ? ਪ੍ਰੋਫੈਸਰ ਪੂਰਨ ਸਿੰਘ ਦੋ ਹੱਥ ਜੋੜ ਕੇ ਖਿੜਖੜਾ ਕੇ ਹੱਸੇ, ਕਹਿੰਦੇ ਬੰਦਗੀ ਤਪੱਸਿਆ ਇਹਨਾਂ ਚੀਜ਼ਾਂ ਬਾਰੇ ਮੈਨੂੰ ਕੋਈ ਗਿਆਨ ਨਹੀਂ, ਕਹਿੰਦੇ ਪਰ ਉਹਨਾਂ ਜੋਗੀਆਂ ਨੂੰ, ਉਹਨਾਂ ਸਾਧੂਆਂ ਨੂੰ ਕਹਿੰਦੇ, ਉਹਨਾਂ ਜੋਗੀਆਂ ਨੂੰ ਕਹਿੰਦੇ ਜੋਗੀ ਜੀ ਜਦੋਂ ਬੱਚਾ ਖਾਸ ਕਰਕੇ ਰਾਜਕੁਮਾਰ ਇੱਕ ਸ਼ਹਿਨशाह ਦੇ ਘਰ ਦੇ ਵਿੱਚ ਜਨਮ ਲੈਂਦਾ ਆ ਤੇ ਉਸ ਰਾਜਕੁਮਾਰ ਨੇ ਕੁਝ ਕੀਤਾ ਹੈ, ਉਸ ਰਾਜਕੁਮਾਰ ਦੀ ਕੋਈ ਕਮਾਈ ਹੈ, ਉਹਦੀ ਕੋਈ ਮਿਹਨਤ ਹੈ? ਕਹਿੰਦੇ ਨਹੀਂ, ਉਹਨੇ ਜਨਮ ਲਿਆ, ਪਰ ਕਹਿੰਦੇ ਜਨਮ ਲੈਂਦਿਆਂ ਸਾਰ ਰਾਜੇ ਦੀ ਸਾਰੀ ਜ਼ਮੀਨ ਉੱਤੇ, ਰਾਜੇ ਦੇ ਸਾਰੇ ਰਾਜ ਪ੍ਰਬੰਧ ਉੱਤੇ, ਰਾਜੇ ਦੇ ਮਹਿਲ ਮਾੜੀਆਂ ਉੱਤੇ ਉਹਦੇ ਇੱਕ ਇੱਕ ਕਮਾਏ ਹੋਏ ਪੈਸੇ ਉੱਤੇ ਉਹਦਾ ਹੱਕ ਬਣ ਜਾਂਦਾ ਹੈ। ਕਹਿੰਦਾ ਮੈਨੂੰ ਭਗਤੀ ਬਾਰੇ ਨਹੀਂ ਪਤਾ, ਕਹਿੰਦੇ ਮੈਨੂੰ ਭਜਨ ਬਾਰੇ ਨਹੀਂ ਪਤਾ, ਮੈਨੂੰ ਬੰਦਗੀ ਬਾਰੇ ਨਹੀਂ ਪਤਾ, ਮੈਨੂੰ ਤਪੱਸਿਆ ਬਾਰੇ ਨਹੀਂ ਪਤਾ, ਪਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਖੰਡੇ ਬਾਟੇ ਦੀ ਪੌਲ ਮੈਨੂੰ ਪ੍ਰਾਪਤ ਹੋ ਗਈ, ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਹੇਮਕੁੰਡ ਸਾਹਿਬ ਦੀ ਪਹਾੜੀ ਉੱਤੇ ਕੀਤੀ ਹੋਈ ਬੰਦਗੀ ਦੇ ਅਸੀਂ ਹੱਕਦਾਰ ਬਣ ਗਏ। ਕਹਿੰਦੇ ਮੇਰੀ ਕੋਈ ਕਮਾਈ ਨਹੀਂ, ਮੇਰੀ ਕੋਈ ਬੰਦਗੀ ਨਹੀਂ, ਮੇਰੀ ਕੋਈ ਤਪੱਸਿਆ ਨਹੀਂ, ਮੇਰੀ ਕੋਈ ਆਰਾਧਨਾ ਨਹੀਂ, ਇਹ ਜਿਹੜਾ ਮੇਰੇ ਚਿਹਰੇ ਉੱਤੇ ਤੁਹਾਨੂੰ ਨੂਰ ਦਿਸਦਾ ਪਿਆ ਹੈ, ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬੰਦਗੀ ਦਾ ਪ੍ਰਤਾਪ ਹੈ, ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਤਪੱਸਿਆ ਦਾ ਪ੍ਰਤਾਪ ਹੈ। Professor Pooran Singh smiles when the yogis ask him, why is your face glowing so brightly? What type of meditation do you do? What type of meditation do you do? At that time, Professor Pooran Singh smiled. He says, when a prince is born, that prince doesn't do anything. Just being born in the king's house, everything that belongs to the king belongs to him. Everything becomes his. Think about it. When the next prince is born, you guys don't have princes here, but if you go to England, when a new prince is born, only a day old, 2 days old, 1 month old, that prince, he becomes the inheritor of all of the kingdom. Professor Pooran Singh says, I don't know how to meditate. I don't know how to remember God. I don't know how to call out to God. But he said, the day I was blessed with Amrit, the day I became a son of Guru Gobind Singh, the day I became Guru Gobind Singh Ji's child, every bit of meditation that Guru Gobind Singh Ji did at Hemkund Sahib, I have become the inheritor of that. That has become mine. ਪਿਆਰਿਓ ਜਜਨ ਭਜਨ ਮਮ ਖਾਲਸਾ, ਕਿਹੜਾ ਜੱਗ ਕੀਤਾ ਕਲਗੀਆਂ ਵਾਲੇ ਨੇ, ਮੈਂ ਇਹਦੇ ਬਾਰੇ ਵੀ ਬੇਨਤੀ ਕਰ ਰਿਹਾ ਸੀ। ਪਿਆਰਿਓ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਬਾਬਾ ਅਜੀਤ ਸਿੰਘ ਜੀ ਸਾਹਮਣੇ ਆਉਂਦੇ ਨੇ, ਕਹਿੰਦੇ ਪਿਤਾ ਜੀ ਮੇਰੇ ਸਿਰ ਤੇ ਹੱਥ ਰੱਖੋ, ਮੈਂ ਇਸ ਚਮਕੌਰ ਦੀ ਗੜੀ ਦੇ ਵਿੱਚ ਜੂਝ ਕੇ ਸ਼ਹੀਦ ਹੋ ਜਾ। ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਸਿਰ ਉੱਤੋਂ ਬਾਬਾ ਅਜੀਤ ਸਿੰਘ ਜੀ ਨੂੰ ਵਾਰ ਕੇ ਇਹੋ ਜਿਹਾ ਜੱਗ ਕਰ ਦਿੱਤਾ ਜਿਹੜਾ ਨਾ ਕਦੇ ਹੋਇਆ, ਨਾ ਕਦੇ ਹੋ ਸਕਦਾ ਦੁਨੀਆ ਦੇ ਇਤਿਹਾਸ ਵਿੱਚ। ਫਿਰ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆਉਂਦੇ। ਆਪ ਜੀ ਜਾਣਦੇ ਹੋ ਇਤਿਹਾਸ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੁਝਾਰ ਸਿੰਘ ਨੂੰ ਇਹੀ ਗੱਲ ਆਖੀ ਸੀ ਕਿ जुझार हम अपनी आंख से तुझे तेग चलाते हुए देखे, हम अपनी आंख से तुझे बर्शी खाते हुए देखे। मेरी जुझार
ਜਦੋਂ ਪਹਿਲਾਂ ਤੇਰੇ ਸੀਨੇ ਦੇ ਵਿੱਚ ਆ ਕੇ ਵਾਰ ਲੱਗੇਗਾ, ਜਦੋਂ ਪਹਿਲਾਂ ਤੀਰ ਵੱਜੇਗਾ, ਇੱਕ ਵਾਰੀ ਆਪਣਾ ਮੁਖੜਾ ਜਿਹੜਾ ਚਮਕੌਰ ਦੀ ਗੜੀ ਵੱਲ ਨੂੰ ਕਰ ਦੇਈਂ। ਜਦੋਂ ਤੇਰਾ ਜਨਮ ਹੋਇਆ ਸੀ ਲੋਕੀ ਸੁੱਖਾਂ ਮਨਾਉਂਦੇ ਆ ਕਿ ਸਾਡਾ ਬੱਚਾ ਇੰਜੀਨੀਅਰ ਬਣੇ, ਸਾਡਾ ਬੱਚਾ ਲਾਇਰ ਬਣੇ, ਸਾਡਾ ਬੱਚਾ ਡਾਕਟਰ ਬਣੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੁਝਾਰ ਜਦੋਂ ਤੂੰ ਪੈਦਾ ਹੋਇਆ ਸੀ ਨਾ, ਜਦੋਂ ਤੇਰਾ ਜਨਮ ਹੋਇਆ ਸੀ, ਉਦੋਂ ਮੈਂ ਗੁਰੂ ਨਾਨਕ ਸਾਹਿਬ ਜੀ ਕੋਲੋਂ ਇਹੀ ਦਾਤ ਮੰਗੀ ਸੀ, ਹੇ ਗੁਰੂ ਨਾਨਕ ਸਾਹਿਬ, ਮੇਰਾ ਪੁੱਤਰ ਮੈਦਾਨੇ ਜੰਗ ਵਿੱਚ ਜੂਝਦਾ ਹੋਵੇ ਮੈਂ ਆਪਣੀ ਅੱਖ ਨਾਲ ਉਹਦੇ ਸੀਨੇ ਨੂੰ ਬਰਛੀਆਂ ਦੇ ਨਾਲ, ਤੀਰਾਂ ਦੇ ਨਾਲ ਪਰੋਤੇ ਹੋਏ ਦੇਖਾਂ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਜੱਗ ਕੀਤਾ। What jug did Maharaj do? Right? The word jug, not to be confused with the English word. Jug means when the Hindus, they light a fire, they put stuff into it, they sacrifice it. What did Guru Gobind Singh sacrifice? मैं बेनती करा, गुरु गोबिंद सिंह महाराज जी का जग तो 9 साल की उम्र तो आरंभ हो गया ਜਦੋਂ कश्मीरी पंडितां ने आके बेनती की साडे धर्म नूं बचाओ। कलगियां वाले पातशाह ने उस वेले जग नूं आरंभ कर दिता। आख्या पिता जी मैं अनाथ होवां, मैं यतीम होवां, मैनूं कोई परवाह नहीं, पर सच्चे पातशाह आप जी जाओ इन्हां दे डुबदे होए धर्म दे बेड़े नूं बन्ने लाओ। सच्चे पातशाह जी महाराज ने किहड़ा जग कीता। छोटे साहिबजादे जदों शहीद हुंदे ने, आप जी ने बड़ी वार दास्तान सुनी है। कलगियां वाले पातशाह जी महाराज बैठे ने राय कल्ले दे कोल, नूरा माही आ रहा है। महाराज जी भाई दया सिंह जी नूं भेजदे ने, दया सिया दरख्त के उत्ते चढ़ के वेख कि नूरा आ रहा है। प्रोफैसर पूरन सिंह लिखते भाई दया सिंह जी पहली बार गए, नूरा दिसिया नहीं, दूजी बार गए, तीजी बार गए, कहते महाराज ओ नूरा आ रहा है। नूरा आके महाराज जी के चरणों च बह जाता है। नूरे दियाँ अखां जिहड़ियां सेजल हो जांदियां ने, नूरे दी रसना जिहड़ी कंठ रुकदा पिया, गल नहीं आउंदी, गद हो गया। गद दे अर्थ हुंदे ने जदों बोलिया ना जाए। कई बारी कई शब्द साडे प्रचारक वरतदे आ, सानूं पता नहीं लगता कि अर्थ की। गद होना वो है जदों कंठ रुकदा है, जदों गल ना आउंदी हो। ये एकदम जदों कुछ बोलिया ना जाए ना, उहनूं गद कहंदे। उस वेले नूरा माही बोलिया नहीं गया। कलगियां वाले पातशाह जी ने आख्या नूरिया सुना मेरे लाला दी दास्तान। उस वेले नूरे दे नेत्रां चों हंझुआं दी झड़ी लग गई। कहंदे कलगियां वालिया तेरे छोटे छोटे ये फतेह सिंह ते जोरावर नूं नीहां च चिणिया गया। उन्हां दियां छातियां उत्ते गोडे रखे इन्हां ने, ते उन्हां दे छोटे छोटे ये शरीरां दे उत्ते जलादां ने बैठ के ते छुरियां चलाइयां। ते साडा इतिहास ये लिखदा किहड़ा जग कीता कलगियां वाले ने। What jug did Maharaj do? What did Guru Gobind Singh Ji sacrifice? Out of Guru Gobind Singh Ji's meditation and out of his sacrifice comes the Khalsa. मैं बेनती करा जेड़ा खालसा गुरु गोबिंद सिंह साहब जी महाराज जी दे लालां दे खून नाल सिंजिया, जेड़ा खालसा गुरु गोबिंद सिंह जी महाराज दे बाबा फतेह सिंह बाबा जोरावर सिंह जी दे खून नाल उन्हां दे आंदरां दे हारां दे नाल बनिया है, जिस दियां नीहां दे विच गुरु गोबिंद सिंह जी महाराज जी दी बाणी है, जिस दियां नीहां दे विच गुरु गोबिंद सिंह दी कुर्बानी है, उस खालसे नूं कोई खत्म नहीं कर सकदा। उस खालसे नूं खत्म करने वाला कोई पैदा ही नहीं होया। कलगियां वाले पातशाह जी महाराज ने सारी दास्तान सुनी। नूरे माही दे अखां भिज गईयां। कहंदा कलगियां वालिया जदों बाबा फतेह सिंह बाबा जोरावर सिंह नूं जिबा किया गया, जदों उन्हां दी इस गर्दना उत्ते छुरियां चलाइयां गईयां, कहंदे बाबा जोरावर सिंह जी खंडे के साथ वार लगते। बाबा जोरावर सिंह जी के प्राण जिहड़े ये बंसावली नामे विच केसर सिंह शिब्बर लिखते हैं। कहंदे बाबा जोरावर सिंह जी वो कुछ पलां शहीद हो गए, पर कहंदे साहिबजादा फतेह सिंह जी आद घड़ी चरण मारते रहे। कहंदे अद्धी घड़ी 12 मिनट बाबा फतेह सिंह जी के चरण हिलते रहे जदों वो वार बाबा जी की गर्दन ते चलिया सी। खैर प्यारिओ मैं फिर इस वाल आवां जजन भजन मम खालसा। गुरु गोबिंद सिंह जी महाराज कहंदे ओ मेरे सिखो, ओ माय ब्रदर्स एंड सिस्टर्स, मैं तो है ही निर्दयी धरती का जंपल इंग्लैंड का, तो मैं आप जी नूं बेनती करदा जिहड़े पंजाब दे जम्मे पले हो, एक गल याद रखियो तुसी उस मिट्टी विच पैदा होए हो, उस मिट्टी विच खेड के जम्मे पले हो जिस मिट्टी नूं गुरु गोबिंद सिंह ने अपने लालां दे खून नाल शंगारे। ये इमोशनल करने वास्ते नहीं, ये सच्ची गल है। तुसी उस मिट्टी दे विच जम्मे पले हो जिस मिट्टी दे उत्ते बाबा अजीत सिंह जी का खून डुलिया।
जिस मिट्टी ਨੂੰ ਬਾਬਾ ਜੋਰਾਵਰ ਸਿੰਘ ਜੀ ਨੇ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਨੇ ਆਪਣੇ ਖੂਨ ਨਾਲ ਸ਼ਿੰਗਾਰੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਰਬਲੋ ਗ੍ਰੰਥ ਦੇ ਵਿੱਚ ਜਜਨ। ਪਹਿਲੀ ਗੱਲ ਯਾਦ ਰੱਖਿਓ, ਬੜੀ ਕੁਰਬਾਨੀ ਦੇ ਨਾਲ ਇਹ ਖਾਲਸਾ ਪੈਦਾ ਹੋਇਆ ਸੀ। ਸੂਲਾਂ ਦੀਆਂ ਸੇਜਾਂ ਉੱਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚਮਕਦੀ ਹੋਈ ਤੇਗ ਨੂੰ ਆਪਣੇ ਸੀਨੇ ਨਾਲ ਲਾ ਕੇ ਮੈਂ ਆਪਣੇ ਮੁਖ ਵਿੱਚੋਂ ਗਾਇਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਤਾਂ ਇਹ ਖਾਲਸਾ ਪੈਦਾ ਹੋਇਆ। ਸਰਹੰਦ ਦੀਆਂ ਨੀਹਾਂ ਦੇ ਵਿੱਚ ਮੇਰੇ ਲਾਲ ਸ਼ਹੀਦ ਹੋਏ, ਤਾਂ ਖਾਲਸਾ ਪੈਦਾ ਹੋਇਆ ਹੈ। ਮੇਰੇ ਪਿਤਾ ਜੀ ਸ਼ਹੀਦ ਹੋਏ, ਤਾਂ ਖਾਲਸਾ ਪੈਦਾ ਹੋਇਆ ਹੈ। ਹੇਮਕੁੰਟ ਦੀ ਪਹਾੜੀ ਉੱਤੇ ਕਈ ਯੁੱਗ ਤੱਕ ਬੰਦਗੀ ਕੀਤੀ, ਤਪੱਸਿਆ ਕੀਤੀ, ਤਾਂ ਖਾਲਸਾ ਪੈਦਾ ਹੋਇਆ ਹੈ। ਮਹਾਰਾਜ ਕਹਿੰਦੇ ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਦੁਨੀਆ ਦੇ ਵਿੱਚ ਮੈਨੂੰ ਤੇ ਖਾਲਸੇ ਤੋਂ ਵੱਧ ਕੋਈ ਪੂਜਨੀਕ ਹੀ ਨਹੀਂ ਦਿਸਦਾ। ਮਹਾਰਾਜ ਕਹਿੰਦੇ ਮੈਂ ਪੂਜਾ ਕਰਾਂ ਤੇ ਆਪਣੇ ਖਾਲਸੇ ਦੀ ਹੀ ਕਰਾਂ। ਖਾਲਸਾ ਪੂਜਵੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ। ਮਹਾਰਾਜ ਕਹਿੰਦੇ ਜਿਸ ਖਾਲਸੇ ਨੂੰ ਮੈਂ ਆਪਣੀ, ਦੇਖੋ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਨਿਮਰਤਾ, ਮਹਾਰਾਜ ਜੀ ਦੀ ਖੇਡ ਦੇਖੋ। ਜਿਸ ਨੂੰ ਆਪਣੇ ਜਿਗਰ ਦੇ ਟੋਟਿਆਂ ਦਾ ਖੂਨ ਜਿਹੜਾ ਵਾਰ ਕੇ ਪੈਦਾ ਕੀਤਾ, ਜਿਸ ਨੂੰ ਆਪਣੀ ਬੰਦਗੀ ਦੇ ਤੇਜ ਪ੍ਰਤਾਪ ਨਾਲ ਪੈਦਾ ਕੀਤਾ, ਕਲਗੀਆਂ ਵਾਲੇ ਪਾਤਸ਼ਾਹ ਜੀ, ਸ਼ਹਿਨਸ਼ਾਹ ਜੀ ਉਸ ਖਾਲਸੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ, ਕਹਿੰਦੇ ਖਾਲਸਾ ਪੂਜਵੇ ਜੋ। ਮਹਾਰਾਜ puts his hands together in front of the Khalsa. Whenever you think about the Khalsa is never going to end. Why? Because we have in our foundations the blood of Baba Fateh Singh. We have running through our veins the Bani of Guru Gobind Singh. No one can ever extinguish the Khalsa. No one can ever terminate the Khalsa. No one can ever kill the Khalsa, because the Khalsa is made out of the blood of Guru Gobind Singh. The Khalsa is made out of the bandagi, the meditation of Guru Gobind Singh Ji. Jajan bhajan mam Khalsa, Khalsa ਪੂਜਵੇ ਜੋਗ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਵੱਲ ਹੱਥ ਜੋੜ ਕੇ ਕਹਿੰਦੇ ਦਾਸ ਗੋਬਿੰਦ, ਮੈਂ ਤਾਂ ਇਹਨਾਂ ਦੇ ਚਰਨਾਂ ਦਾ ਦਾਸ ਹਾਂ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ। ਤੇ ਮੈਂ ਬੇਨਤੀ ਕਰਾਂ, ਇਹ ਗੁਰੂ ਗੋਬਿੰਦ ਸਿੰਘ ਨੇ ਕੇਵਲ ਗੱਲਾਂ ਕਹੀਆਂ ਨਹੀਂ, ਇੱਕ ਦੋਹਰਾ ਲੈ ਲਓ। ਇਸ ਸਰਬਲੋ ਗ੍ਰੰਥ ਦਾ ਦੋਹਰਾ ਕਿਤਨਾ ਗਹਿਰਾ ਹੈ। ਮਹਾਰਾਜ ਕਹਿੰਦੇ ਕਿ ਦਾਸ ਗੋਬਿੰਦ ਫਤਿਹ ਖਾਲਸਾ, ਮੈਂ ਇਹਨਾਂ ਦਾ ਦਾਸ ਹਾਂ। ਕਈ ਵਾਰੀ ਅਸੀਂ ਪੜ੍ਹਦੇ ਹਾਂ ਕਿ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰਹਿਣ ਵੱਡ ਭਾਗ ਜਿਨ੍ਹਾਂ ਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ। ਜਾਂ ਅਸੀਂ ਪੜ੍ਹਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ, ਜੋਤੀ ਸਹਿ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਈ ਜੀਓ, ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਜਾਂ ਅਸੀਂ ਪੜ੍ਹਦੇ ਹਾਂ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ। ਜਾਂ ਅਸੀਂ ਪੜ੍ਹਦੇ ਹਾਂ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ। ਪਰ ਇਹ ਗੱਲਾਂ ਕੇਵਲ ਲਿਖਤ ਦੇ ਵਿੱਚ ਨਹੀਂ। ਮੈਂ ਫਿਰ ਆਪ ਜੀ ਦਾ ਧਿਆਨ ਚਮਕੌਰ ਦੀ ਗੜੀ ਵੱਲ ਲੈ ਕੇ ਜਾਵਾਂ। ਪਿਆਰਿਓ, ਉਹ ਪੋਹ ਦੀ ਰਾਤ, ਜਿਸ ਰਾਤ ਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਪਹਿਲੀ ਰਾਤ ਜਦੋਂ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਹੁੰਦੇ ਨੇ, ਦਾਸ ਗੋਬਿੰਦ ਫਤਿਹ ਖਾਲਸਾ। ਇਹ ਭਾਵੇਂ ਵਿਆਖਿਆ ਜਿਹੜੀ ਹੈ ਕਈ ਦਿਨਾਂ ਦੀ ਹੈ, ਇੱਕ ਇੱਕ ਚੀਜ਼ ਲੈ ਕੇ, ਪਰ ਮੈਂ ਅੱਜ ਇਸ ਦੀਵਾਨ ਵਿੱਚ ਚਾਹੁੰਦਾ ਹਾਂ ਕਿ ਇਹ ਜਿਤਨਾ ਵੀ ਹੋ ਸਕੇ ਪੜ੍ਹੀ ਹੋਈ ਸੰਥਿਆ ਆਪ ਜੀ ਨੂੰ ਸੁਣਾ ਸਕਾਂ। ਕਹਿੰਦੇ ਦਾਸ ਗੋਬਿੰਦ ਫਤਿਹ ਖਾਲਸਾ, ਮੈਂ ਦਾਸ ਹਾਂ, ਫਤਿਹ ਇਹਨਾਂ ਦੀ ਹੈ ਮੇਰੀ ਨਹੀਂ, ਜਿੱਤ ਇਹਨਾਂ ਦੀ ਹੈ ਮੇਰੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਤੁਹਾਡੇ ਵੱਲ ਹੱਥ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਕਹਿ ਰਹੇ ਨੇ, ਜੇ 1.25 ਲੱਖ ਸੇ ਏਕ ਲੜਾਉਣ ਵਾਲੀ ਗੱਲ ਕੀਤੀ ਹੈ ਤਾਂ ਇਹਨਾਂ ਕਰਕੇ ਕੀਤੀ। ਖੈਰ, ਮੈਂ ਫਿਰ ਚਮਕੌਰ ਦੀ ਗੜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸ਼ਾਮ ਪੈ ਜਾਂਦੀ ਹੈ, ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ। ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ ਕਹਿੰਦੇ ਨੇ ਕਿ ਸਿੰਘ ਜਿਹੜੇ ਆ ਉਹਨਾਂ ਨੇ ਆਪਣੇ ਸਰੀਰ ਤੋਂ ਵਸਤਰ ਲਾ ਕੇ, ਘੋੜਿਆਂ ਦੀਆਂ ਕਾਠੀਆਂ ਲਾ ਕੇ, ਤੇ ਜਿਹੜੀ ਗੜੀ ਦੀ ਅਟਾਰੀ ਸੀ ਉਹਦੇ ਵਿੱਚ ਮਹਾਰਾਜ ਜੀ ਵਾਸਤੇ ਆਸਣ ਵਿਛਾਇਆ ਸੀ। ਕਿਹੋ ਜਿਹਾ ਸਮਾਂ ਹੋਵੇਗਾ, ਜਿਨ੍ਹਾਂ ਨੇ ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਲਕ ਦੇ ਗਦੇਲਿਆਂ ਉੱਤੇ ਆਰਾਮ ਕਰਦਿਆਂ ਵੇਖਿਆ। ਰੇਸ਼ਮ ਤੇ ਮਖਮਲੀ ਚਾਦਰਾਂ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵਿਛਾਈਆਂ ਜਾਂਦੀਆਂ ਸਨ, ਅੱਜ ਸਿੰਘਾਂ ਨੇ ਘੋੜੀਆਂ ਦੀਆਂ ਕਾਠੀਆਂ ਜਿਹੜੀਆਂ ਵਿਛਾ ਦਿੱਤੀਆਂ। ਸਿੰਘ ਜਿਹੜੇ ਆ ਉਹ ਹੱਥ ਜੋੜ ਕੇ ਮਹਾਰਾਜ ਜੀ ਦੇ ਕੋਲ ਖੜੇ ਹੋ ਜਾਂਦੇ, ਕਹਿੰਦੇ ਮਹਾਰਾਜ ਆਪ ਜੀ ਵਿਸ਼ਰਾਮ ਕਰੋ। ਮਹਾਰਾਜ ਜੀ ਕਹਿੰਦੇ ਕਿੱਥੇ ਕਰਨਾ ਵਿਸ਼ਰਾਮ ਖਾਲਸਾ ਜੀ, ਚਮਕੌਰ ਦੀ ਕੱਚੀ ਗੜੀ ਵਿੱਚ। ਸਿੰਘ ਕਹਿੰਦੇ ਮਹਾਰਾਜ
घोड़े दीयां काठियां ला के अपने शरीर दे वस्त्र ला के अज असी आप जी वास्ते आसन विछाया, आप जी आसन ग्रहण करो। सच्चे पातशाह जी महाराज उस आसन ते बैठ जाते हैं। एक पासे बाबा अजीत सिंह ते जुझार सिंह, दूसरे पासे भाई दया सिंह जी ते भाई धर्म सिंह जी। कलगियां वाले पातशाह जी महाराज उत्थे बैठ जाते हैं। कुछ लेट गए ज़मीन पर जी पोश बिछाकर, पहरा लगे देने की तलवार को उठाकर, गोविंद भी शब वास हुए खेमे में जाकर, देखा तो वहाँ बैठे गर्दन को झुकाकर। योगी अल्लाह यार खान मैं कहता वो भावें प्रकरण नहीं, पर उस मुसलमान का कर्ज सारे पंथ कदे असी कौम उतार नहीं सकते। जदों भी कोई इस साके नूं सुणाउंदा है योगी अल्लाह यार खान का नाम जरूर आउंदा। योगी अल्लाह यार खान, मैं थोड़ी अंग्रेजी, I'm not going to be speaking that much English, just more in Punjabi, but I just want to tell you where I'm going now. Guru Gobind Singh Ji says, from the blood of my sons I made this Khalsa. You people sitting here today, from my meditation at Hemkund Sahib I made this Khalsa, and I give everything to the Khalsa. How does Guru Gobind Singh give everything to the Khalsa? Das Gobind Fateh Khalsa. सच्चे पातशाह जी महाराज ਜਦੋਂ ਉਹਨਾਂ ਵੱਲ ਦੇਖਦੇ ਹਾਂ तो योगी अल्लाह यार खान ਕਹਿੰਦੇ ਆ कि ਭਾਵੇਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਜੀ ਉਹ ਆਰਾਮ ਕਰਦੇ ਨੇ, ਸੁੱਖ ਲੈਂਦੇ ਨੇ, ਸੱਚੇ ਪਾਤਸ਼ਾਹ ਜੀ ਮਹਾਰਾਜ ਚੌਂਕੜਾ ਮਾਰ ਕੇ ਬੈਠੇ। चौंकड़ा मार के जो बैठे ने, गर्दन झुकाई हुई है। देखा तो वहाँ बैठे हैं गर्दन को झुकाकर, वाहिगुरु है मुँह से निकलता, ही तू है तू ही तू मुँह से निकलता। सच्चे पातशाह जी महाराज बैठे ने, अद्धी रात तक सच्चे पातशाह जी वाहिगुरु 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 जपदे। Until midnight Guru Gobind Singh Ji Maharaj sits cross-legged saying वाहिगुरु वाहिगुरु until the midnight। अद्धी रात का जो समा होया, जब 1.5 घड़ी रात बीती, जिक्र खुदा में खेमे से निकल आए हजूर हवा में, कदमों से टहलते थे मगर दिल था दुआ में, बोले ऐ खुदावंद खुश हूँ मैं तेरी रज़ा में। श्री गुरु गोबिंद सिंह साहब जी महाराज बाहर आते हैं, दास गोबिंद फतेह खालसा। महाराज जी चमकौर की अटारी विचों बाहर निकलते हैं, की वेखते ने? 2 सिंह जिहड़े गुरु गोबिंद सिंह जी के घोड़ियां की सेवा करते। तो अजकल असी कहते हैं जी ये पुरानियां गल्लां, तुसी कदे दल पंथ विच तरने दल विच चल के जाओ, घोड़ियां की सेवा वर्गी कोई सेवा नहीं। कहते ने जिहड़ा 1 साल घोड़ियां की सेवा करदा, 12 साल होर कोई भी सेवा कर लवे उहदे बराबर है, क्योंकि घोड़ियां की सेवा है सब तो कठिन। 2 सिंह घोड़ियां की सेवा करते सी, एक का नाम भाई मदन सिंह ते दूसरे का नाम भाई काठा सिंह, कईयां ने कोठा सिंह भी लिखिया। ये मदन सिंह ते काठा सिंह हत्थां विच बरछे फड़ के ते पहरा दे रहे हैं। कलगियां वाले पातशाह जी आउंदे ने, महाराज जी वॉक्स बिहाइंड देम। सच्चे पातशाह जी महाराज ने इस तरह भाई मदन सिंह के मोढे ते हाथ रखिया। एकदम भाई मदन सिंह जी ने पिछे वेखिया कौन है, अपना बरछा हाथ विच फड़िया। जदों देखिया कलगियां वाले शहनशाह चरनां दे उत्ते ढह गए। भाई मदन सिंह कोटा सिंह दोवें ढह जाते हैं। सच्चे पातशाह जी महाराज ने उठाया, अपने सीने नाल लाया। महाराज ने फिर 2 हाथ जोड़ लए खालसे दे अगे, दास गोबिंद फतेह खालसा। जजन भजन मम खालसा, खालसा पूजबे जोग, दास गोबिंद फतेह खालसा। How did Maharaj live those words? I am their servant, they are the ones who give me victory। महाराज ने 2 हाथ जोड़ लए। जदों महाराज जी ने हाथ जोड़े, ਸਿੰਘਾਂ ਦੇ ਨੇਤਰਾਂ ਵਿੱਚ ਜਲ ਆ ਗਿਆ। ਕਹਿੰਦੇ महाराज हुक्म करो। कलगियां वाले पातशाह जी कहते मदन सिंह कोठा सिंह, सारी उम्र तुसी कलगियां वाले तो मुरादा मंगते रहे हो, दाता मंगते रहे हो, मैं हस हस के तुहानू दाता दिंदा रहा है। अज कलगियां वाला अपने सिखां कोलों कुछ मंगना है, मैनू खाली ना मोड़ियो। अज मैं मंगता बन के आप जियां कोलों कुछ मंगण आ रहा। खालसा जी दास गोबिंद फतेह खालसा, जजन भजन मम खालसा। महाराज जी puts their hands together in the fortress of Chamkaur। Guru Gobind Singh Ji Maharaj says, Khalsa Ji to Madan Singh and Kota Singh, all of your life you have been asking and I have been giving. Today I have come to beg something from my Khalsa। प्यारियो, उस वेले मदन सिंह के नेत्रां च हंझू आ गए। मदन सिंह उस जात नाल संबंधित सी जिस जात नूं दुनिया के लोग अखौती नीवी जात कहंदे। मदन सिंह ते कोठा सिंह कहंदे सच्चे पातशाह तुसी साडे कोलों मंग रहे हो,
ਸਾਨੂੰ ਤਾਂ ਗਲੀਆਂ ਨਾਲਿਆਂ ਦੇ ਵਿੱਚ ਲੋਕੀ ਦੁਲਗਾਲ ਦੁਰਕਾਰ ਕੇ ਇਹ ਧੱਕੇ ਮਾਰ ਮਾਰ ਕੇ ਕੱਢਦੇ ਸੀ ਬਾਹਰ ਮੰਦਰਾਂ ਚੋਂ। ਜੇ ਸਾਨੂੰ ਗਰੀਬਾਂ ਨੂੰ ਕਿਸੇ ਨੇ ਸਰਦਾਰ ਬਣਾਇਆ, ਜੇ ਸਾਨੂੰ ਰੁਲਦਿਆਂ ਹੋਇਆਂ ਨੇ ਕਿਸੇ ਨੇ ਸੀਨੇ ਨਾਲਿਆ, ਤੇ ਮਹਾਰਾਜੋ ਆਪ ਜੀ ਹੋ, ਮਹਾਰਾਜ ਆਪ ਜੀ ਹੁਕਮ ਕਰੋ। ਕਲਗੀਆਂ ਵਾਲੇ ਪਾਤਸ਼ਾਹ ਜੀ ਫਿਰ ਕਹਿੰਦੇ ਨਹੀਂ ਖਾਲਸਾ ਜੀ ਹੁਕਮ ਨਹੀਂ, ਮੈਂ ਕੁਝ ਮੰਗ ਰਿਹਾ ਏ। ਉਸ ਵੇਲੇ ਮਹਾਰਾਜ ਨੇ ਆਖਿਆ ਮਦਨ ਸਿੰਘ ਕਾਠਾ ਸਿਆਂ ਇੱਕ ਕੰਮ ਕਰੋ, ਮੇਰੇ ਤੇ ਪਰਉਪਕਾਰ ਕਰੋ, ਅੱਜ ਚਮਕੌਰ ਦੀ ਗੜੀ ਦੀ ਪਹਿਰੇਦਾਰ ਦੀ ਸੇਵਾ ਮੈਨੂੰ ਦੇ ਦਿਓ। ਜਦੋਂ ਮਦਨ ਸਿੰਘ ਕਾਠਾ ਸਿੰਘ ਨੇ ਇਹ ਗੱਲ ਸੁਣੀ ਬੋਲਣ ਲੱਗੇ, ਮਹਾਰਾਜ ਨਹੀਂ, ਸੱਚੇ ਪਾਤਸ਼ਾਹ ਜੀ ਨੇ ਆਖਿਆ ਸਿੰਘੋ ਖਾਮੋਸ਼, 6 ਮਹੀਨਿਆਂ ਤੋਂ ਮੇਰੇ ਲਾਡਲੇ ਸਪੂਤ ਜੂਝਦੇ ਰਹੇ ਨੇ ਮੈਦਾਨੇ ਜੰਗ ਵਿੱਚ। ਅੱਜ ਇੱਕ ਰਾਤ ਇਹਨਾਂ ਨੂੰ ਸੁੱਖ ਦੀ ਰਾਤ ਮਿਲੀ ਆ, ਇਹਨਾਂ ਦੀ ਨੀਂਦ ਦੇ ਵਿੱਚ ਕੋਈ ਅਲਚਣ ਨਾ ਆਵੇ, ਇਹਨਾਂ ਦੇ ਵਿਸ਼ਰਾਮ ਦੇ ਵਿੱਚ ਕੋਈ ਵਿਘਨ ਨਾ ਆਵੇ। ਚੁੱਪਚਾਪ ਤੁਸੀਂ ਜਾ ਕੇ ਬਰਾਜ ਜਾਓ। ਅੱਜ ਕਲਗੀਆਂ ਵਾਲਾ ਪਾਤਸ਼ਾਹ ਆਪਣੇ ਸਿੰਘਾਂ ਦੀ ਪਹਿਰੇਦਾਰੀ ਆਪ ਕਰੇ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਬਰਛਾ ਫੜਿਆ, ਮਹਾਰਾਜ ਜੀ ਪਹਿਰਾ ਦੇ ਰਹੇ ਨੇ। ਦਾਸ ਗੋਬਿੰਦ ਫਤਿਹ ਖਾਲਸਾ। ਹਾਊ ਇਜ਼ ਗੁਰੂ ਗੋਬਿੰਦ ਸਿੰਘ ਜੀ a ਸੇਵਾਦਾਰ ਆਫ ਦ ਖਾਲਸਾ? ਹਾਊ ਇਜ਼ ਗੁਰੂ ਗੋਬਿੰਦ ਸਿੰਘ a servant of the ਖਾਲਸਾ? ਜਿਸ ਖਾਲਸੇ ਦਾ ਸਿਰਜਣਾ ਦਿਵਸ ਅੱਜ ਮਨਾ ਰਹੇ ਹਨ ਨਾ ਖਾਲਸਾ ਜੀ, ਜੇ ਖਾਲਸਾ ਕੋਈ ਸੱਜ ਜਾਏ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੱਥ ਜੋੜ ਕੇ ਉਹਦੇ ਸਾਹਮਣੇ ਖੜੇ ਹੋਏ। ਇਹ ਅਤਕਥਨੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਦੀ ਮੁਹੱਬਤ ਹੈ ਆਪਣੇ ਖਾਲਸੇ ਲਈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਦਾ ਪ੍ਰੇਮ ਹੈ ਆਪਣੇ ਖਾਲਸੇ ਲਈ। ਮੇਰੇ ਮਿੰਟ 10 ਕੁ ਰਹਿ ਗਏ ਨੇ, ਮੈਂ ਆਪਣੇ ਬਖਸ਼ੇ ਹੋਏ ਸਮੇਂ ਦੇ ਵਿੱਚ ਹੀ ਰਵਾਂਗਾ, ਉਸ ਤੋਂ ਵੱਧ ਨਹੀਂ। ਆਪ ਇਸੇ ਤਰ੍ਹਾਂ ਇਕਾਗਰਤਾ ਬਖਸ਼ਦੇ ਰਹਿਣ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਅੱਜ ਪਹਿਰੇਦਾਰੀ ਦੀ ਡਿਊਟੀ ਮੈਨੂੰ। ਬਰਛਾ ਹੱਥ ਵਿੱਚ ਲਿਆ, ਸਿੰਘ ਜਿਹੜੇ ਆ ਉਹ ਆਰਾਮ ਕਰਦੇ ਪਏ ਨੇ, ਤੇ ਮੈਂ ਕਹਿੰਦਾ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ, ਅੱਜ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸ਼ਬਦਾਂ ਨੂੰ ਕਮਾ ਰਹੇ ਨੇ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ। ਮਹਾਰਾਜ ਜੀ ਆਪਣੇ ਸਿੰਘਾਂ ਦੀ ਰਖਵਾਲੀ ਕਰਦੇ ਨੇ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਤੇ ਰਾਖੇ, ਹਰ ਗੋਬਿੰਦ ਨਵੰਦ ਰੂ। ਮਹਾਰਾਜ ਜੀ ਆਪ ਆਪਣੇ ਸਿੰਘਾਂ ਦੀ ਪਹਿਰੇਦਾਰੀ ਕਰ ਰਹੇ। ਗੁਰੂ ਗੋਬਿੰਦ ਸਿੰਘ ਜੀ ਇਜ਼ ਗਾਰਡਿੰਗ ਦ ਖਾਲਸਾ ਇਨ ਚਮਕੌਰ ਸਾਹਿਬ। ਮਹਾਰਾਜ ਨੇ ਕੀ ਦੇਖਿਆ? ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ 6 ਮਹੀਨੇ ਦੇ ਜੂਝਦੇ ਹੋਏ ਸਿੰਘਾਂ ਦੇ ਚਰਨਾਂ ਦੇ ਵਿੱਚ ਚਰਨਦਾਸੀਆਂ ਨਹੀਂ ਸਨ। ਚਰਨਦਾਸੀ ਜੋੜੇ, ਪੈਰਾਂ ਵਿੱਚ ਜੋੜੇ ਨਹੀਂ ਸਨ। ਪੈਰਾਂ ਦੀਆਂ ਜਿਹੜੀਆਂ ਤਲੀਆਂ, ਉਹਨਾਂ ਨੂੰ ਸੂਲਾਂ ਨੇ, ਕੰਡਿਆਂ ਨੇ, ਪੱਥਰਾਂ ਨੇ ਚੀਰ ਕੇ ਰੱਖ ਦਿੱਤਾ ਸੀ। ਖੂਨ ਵਹਿ ਰਿਹਾ ਸੀ ਪੈਰਾਂ 'ਚੋਂ। ਸਿੰਘਾਂ ਦੇ ਹੱਥਾਂ ਵੱਲ ਦੇਖਿਆ, ਤੇ ਮੈਂ ਬੇਨਤੀ ਕਰਾਂ, ਅੱਜ 20 ਮਿੰਟ ਕਿਰਪਾਨ ਘਮਾਉਣੀ ਹੋਵੇ ਨਾ, ਜਦੋਂ ਗੱਤਕਾ ਸਿੰਘ ਖੇਡਦੇ ਆ, ਸ਼ਸਤਰ ਵਿਦਿਆ ਦੇ ਜੌਹਰ ਵਿਖਾਉਂਦੇ ਆ, 20 ਮਿੰਟ 15 ਮਿੰਟ ਕਿਰਪਾਨ ਘਮਾਉਣੀ ਹੋਵੇ, ਸਾਰਾ ਹੱਥ ਜਿਹੜਾ ਉਹ ਛਾਲਿਆਂ ਨਾਲ ਭਰ ਜਾਂਦਾ। ਤੇ ਜਿਹਨੇ ਕਦੇ ਗੱਤਕਾ ਨਹੀਂ ਖੇਡੀ, ਉਹ ਕਿਤੇ ਖੇਡ ਕੇ ਵੇਖੇ ਤੇ ਉਹਦਾ ਤਾਂ ਹੱਥ ਲਹੂ ਲਹਾਨ ਹੋ ਜਾਏਗਾ। ਤੇ ਮੈਂ ਪੁਰਾਣੇ ਸਿੰਘਾਂ ਤੋਂ ਇਹ ਗੱਲ ਸੁਣੀ ਆ ਕਿ 6 ਮਹੀਨੇ ਰਾਤ ਨੂੰ ਸੁੱਤਿਆਂ ਹੋਇਆਂ ਵੀ ਸਿੰਘ ਜਿਹੜੇ ਆ, ਨੰਗੀਆਂ ਤਲਵਾਰਾਂ ਜਿਹੜੇ ਆ, ਉਹ ਆਪਣੇ ਸੀਨੇ ਨਾਲ ਲਾ ਕੇ ਸੌਂਦੇ ਰਹੇ ਸੀ। ਕੋਈ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਨੇ ਧਾਵਾ ਬੋਲ ਦੇਣਾ ਸੀ, ਤਿਆਰ ਬਰ ਤਿਆਰ ਹੀ। Even at night, the Khalsa would sleep with the swords in their hands. ਸਿੰਘਾਂ ਦੇ ਹੱਥਾਂ ਵਿੱਚੋਂ ਖੂਨ ਸਿਮਰਿਆ ਆ, ਉਹਨਾਂ ਦੇ ਪੈਰਾਂ ਵਿੱਚੋਂ ਖੂਨ ਸਿਮਰਿਆ ਆ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਦੇ ਦਸਤਾਰੇ, ਉਹਨਾਂ ਦੇ ਦਮਾਲਿਆਂ ਵੱਲ ਵੇਖਿਆ, ਤੇ ਸਿੰਘਾਂ ਦੇ ਦਮਾਲੇ ਜਿਹੜੇ ਮਸਤਾਨੇ ਹੋਏ ਸਨ। 6 ਮਹੀਨੇ ਤੋਂ ਬਾਅਦ ਪਹਿਲੀ ਇਹ ਰਾਤ ਆਰਾਮ ਦੀ ਮਿਲ ਰਹੀ ਹੈ। ਸਿੰਘ ਦੇ ਦਮਾਲੇ, they are starting to come off their heads. Imagine after 6 months of continuous fighting, this is the first night they get to sleep. ਪਿਆਰਿਓ, ਮਹਾਰਾਜ ਨੇ ਜਦੋਂ ਵੇਖਿਆ, ਕਲਗੀਆਂ ਵਾਲੇ ਸ਼ਹਿਨਸ਼ਾਹ ਨੇ ਆਪਣੇ ਸਿੰਘਾਂ ਦੇ ਸਿਰ ਜਿਹੜੇ ਆ, ਉਹਨਾਂ ਦੇ ਸੀਸ ਆਪਣੇ ਗੋਦੀ 'ਚ ਲੈ ਲਏ। ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦੇ ਆਪਣੇ ਹੱਥੀਂ ਜੂੜੇ ਕਰਦੀ ਹੈ, ਦਸਤਾਰਾਂ ਸਜਾਉਂਦੀ ਹੈ, ਇਸੇ ਤਰ੍ਹਾਂ ਕਲਗੀਆਂ ਵਾਲੇ ਸ਼ਹਿਨਸ਼ਾਹ ਆਪਣੇ ਸਿੰਘਾਂ ਦੇ ਬੁੰਗੇ, ਉਹਨਾਂ ਦੇ ਕੇਸਾਂ ਦੇ ਵਿੱਚ ਕੰਘਾ ਆਪ ਕਰਦੇ ਪਏ ਸੀ। ਇਹ ਹੈ ਖਾਲਸਾ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਜਿਸ ਖਾਲਸੇ ਅੱਗੇ ਗੁਰੂ ਗੋਬਿੰਦ ਸਿੰਘ ਵੀ ਹੱਥ ਜੋੜ ਕੇ ਖੜੇ। ਦਿਸ ਇਜ਼ ਦ ਖਾਲਸਾ। ਗੁਰੂ ਸਾਹਿਬ ਜੀ ਮਹਾਰਾਜ starts tying the dastara upon the heads of the Singhs. ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਚੰਦ ਤੋੜੇ, ਚੱਕਰ ਸਜਾਏ, ਸ਼ਾਸਤਰ ਸਜਾਏ। ਸ਼ਾਸਤਰ ਸਜਾ ਕੇ ਫਿਰ ਕਲਗੀਆਂ ਵਾਲੇ ਨੇ ਆਪਣੇ ਖਾਲਸਿਆਂ ਦੇ ਮੱਥਿਆਂ ਨੂੰ ਚੁੰਮਿਆ, ਆਪਣੇ ਸੀਨੇ ਨਾਲ ਲਾਇਆ। ਫਿਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਹੱਥ ਚੁੰਮੇ, ਜਿਨ੍ਹਾਂ ਹੱਥਾਂ ਵਿੱਚੋਂ ਖੂਨ ਸਿਮਰਿਆ ਸੀ। ਤੇ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਆਂ ਵਾਲੇ ਨੇ ਆਪਣੇ ਸਿੰਘਾਂ ਦੇ ਚਰਨਾਂ ਵੱਲ ਵੇਖਿਆ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘਾਂ ਦੇ ਚਰਨ ਚੁੰਮੇ ਸੀ ਉਸ ਵੇਲੇ ਚਮਕੌਰ ਦੀ ਗੜੀ ਦੇ ਵਿੱਚ। ਇਹ ਗੱਲ ਯੋਗੀ ਅੱਲਾ ਯਾਰ ਖਾਨ ਆਪ ਲਿਖਦੇ ਆ, ਕਹਿੰਦੇ ਨੇ ਚੂਮਾ ਕਭੀ ਹਲਕੂਮ, ਹਲਕੂਮ ਦੇ ਅਰਥ ਫਾਰਸੀ ਵਿੱਚ ਨੇ ਮੱਥਾ। ਚੂਮਾ ਕਭੀ ਹਲਕੂਮ, कभी दायने चूमने लगे, दायने दे अर्थ ने हाथ। जब हजूर पांती आए तो हजूर चरण चूमने बैठे। योगी अल्लाह यार खान writes, in the Gadi of Chamkaur, on that night that Guru Gobind Singh Ji was guarding the Khalsa, Guru Gobind Singh Ji ties the damalle upon their heads. He kisses their foreheads, then he kisses their hands which were bleeding. Then Guru Gobind Singh Sahib Ji Maharaj goes to where the Singhs are lying down, sees the blood flowing out of their feet. Guru Gobind Singh Ji picks up the feet of his Singhs and he kisses them too. प्यारिओ ਇਹੋ ਜਿਹਾ ਗੁਰੂ ਮੈਂ ਕਹਿੰਦਾ ਇਹੋ ਜਿਹੇ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਕਿਤੇ ਨਹੀਂ ਮਿਲਣਾ। ਮਹਾਰਾਜ ਜੀ ਦਾ ਉਹ ਦੋਹਰਾ ਉਹਦੇ ਵੱਲ ਫੇਰ ਆਈਏ, ਦਾਸ ਗੋਬਿੰਦ I am the servant, ਮੈਂ ਇਹਨਾਂ ਦਾ ਦਾਸ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਖਾਲਸਾ ਬਣੇ ਤਾਂ ਕੋਈ, ਮਹਾਰਾਜ ਕਹਿੰਦੇ ਜਿਹੜਾ ਮੇਰਾ ਖਾਲਸਾ ਹੈ ਨਾ, ਤੇਰਾ ਖਾਲਸਾ ਹੋਵੇ ਤਾਂ ਖਾਸ ਹੋਵੇ। ਇਹ ਭਾਵੇਂ ਇਹ ਸਮਾਂ ਨਹੀਂ ਕਿ ਮੈਂ ਸੁਣਾ ਸਕਾਂ, ਮਨ ਦੇ ਵਿੱਚ ਤਾਂ ਬੜੇ ਵਲਵੇ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਿੰਘਾ ਇੱਕ ਵਾਰੀ ਮੇਰਾ ਖਾਲਸਾ ਬਣ ਕੇ ਤਾਂ ਦੇਖ। ਮਹਾਰਾਜ ਕਹਿੰਦੇ ਮੋਹ ਗ੍ਰਹਿ ਮੈਂ 33 ਸਵਈਆਂ 'ਚ, ਇਹ ਮਾਫ ਕਰਨਾ ਖਾਲਸੇ ਮਹਿਮਾ ਸਵਈਆਂ 'ਚ। ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਖਾਲਸਾ ਜੀ ਇੱਕ ਵਾਰੀ ਮੇਰੇ ਖੰਡੇ ਬਾਟੇ ਦੀ ਪੌਲ ਤੇਰੇ ਬੁੱਲਾਂ ਨਾਲ ਲੱਗ ਜਾਏ, ਇੱਕ ਵਾਰੀ ਤੂੰ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਤੂੰ ਹੀ ਮੇਰਾ ਬਾਪੂ ਹੈ, ਇੱਕ ਵਾਰੀ ਕਹਿ ਦੇ ਗੁਰੂ ਗੋਬਿੰਦ ਸਿੰਘ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਖਾਲਸਾ ਜੀ ਤੁਹਾਡੇ ਉੱਤੋਂ ਮੈਂ ਆਪਣਾ ਸਰੀਰ ਵਾਰ ਦਿਆਂਗਾ, ਆਪਣੇ ਬੱਚੇ ਵਾਰ ਦਿਆਂਗਾ, ਆਪਣਾ ਘਰ ਵਾਰ ਦਿਆਂਗਾ। ਆਖਰਕਾਰ ਮਹਾਰਾਜ ਕਹਿੰਦੇ ਸਿਰ ਲਓ। ਮਹਾਰਾਜ ਕਹਿੰਦੇ ਆਪਣਾ ਸਿਰ ਵੀ ਕੱਟ ਕੇ ਤੁਹਾਡੇ ਚਰਨਾਂ 'ਚ ਰੱਖਣਾ ਪਏ ਤੇ ਉਹਦੇ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਜੀ ਤਿਆਰ ਨੇ। ਇਹ ਮਹਾਰਾਜ ਜੀ ਦੀ ਬਾਣੀ ਹੈ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਖਾਲਸਾ ਮਹਿਮਾ ਸਵਈ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ। ਮਹਾਰਾਜ ਕਹਿੰਦੇ ਮੈਂ ਆਪਣੇ ਖਾਲਸੇ ਦਾ ਦਾਸ ਹਾਂ। ਮਹਾਰਾਜ ਸੇਜ਼ I am the servant of the ਖਾਲਸਾ। ਦਾਸ ਗੋਬਿੰਦ ਫਤਿਹ ਖਾਲਸਾ। ਦੁਨੀਆ ਦੇ ਵਿੱਚ ਜੇ ਦੁਨੀਆ ਦੇ ਲੋਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਨੇ, ਮੈਂ ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਉਸ ਜੈ ਜੈਕਾਰ ਕਰਨ ਵਾਲਿਆਂ ਵੱਲ ਤੱਕ ਕੇ ਆਖ ਰਹੇ ਨੇ ਮੇਰੀ ਜੈ ਜੈਕਾਰ ਨਹੀਂ, ਇਹ ਸਭ ਮੇਰੇ ਖਾਲਸੇ ਦਾ ਪ੍ਰਤਾਪ ਹੈ। ਭਾਵੇਂ ਅਸੀਂ ਇਸ ਦੇ ਯੋਗ ਨਹੀਂ, ਪਰ ਮੈਂ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੀਨਾ ਬਹੁਤ ਵਿਸ਼ਾਲ, ਬਹੁਤ ਸ਼ਬਦ ਵੀ ਜਿਹੜਾ ਆ ਉਹ ਇੱਕ ਬੜਾ ਛੋਟਾ ਇਹ ਪੈ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਸਾਹਮਣੇ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸੱਚੀ ਗੱਲ ਹੈ। ਯੋਗੀ ਅੱਲਾ ਯਾਰ ਖਾਨ ਕਹਿੰਦੇ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਖੀ ਉਹਨਾਂ ਨੂੰ ਹਜ਼ੂਰ ਸਮਝ ਕੇ, ਯੋਗੀ ਅੱਲਾ ਯਾਰ ਖਾਨ ਇੱਕ ਗੱਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੀ ਉਸਤਤ ਕੋਈ ਕਰ ਹੀ ਨਹੀਂ ਸਕਦਾ। ਖੈਰ ਮੈਂ ਫਿਰ ਉਸ ਦੋਹਰੇ ਵੱਲ ਆਵਾਂ, ਜਜਨ ਭਜਨ ਮਮ ਖਾਲਸਾ। ਇਹ ਜੋ ਆਪਣੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਮਾਤਾ ਦੀ ਕੁਰਬਾਨੀ, ਪਿਤਾ ਦੀ ਕੁਰਬਾਨੀ ਦਾ ਜੱਗ ਕੀਤਾ ਤੇ ਜੋ ਹੇਮਕੁੰਡ ਸਾਹਿਬ ਦੇ ਉੱਤੇ ਭਜਨ ਬੰਦਗੀ ਕੀਤੀ, ਉਹਦੇ ਵਿੱਚੋਂ ਮੇਰਾ ਖਾਲਸਾ ਪੈਦਾ ਹੋ ਗਿਆ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਮੇਰਾ ਖਾਲਸਾ ਜਿਹੜਾ ਆ ਉਹ ਪੂਜਣ ਦੇ ਯੋਗ ਹੈ। ਦਾਸ ਗੋਬਿੰਦ ਮੈਂ ਆਪਣੇ ਖਾਲਸੇ ਦਾ ਦਾਸ ਹਾਂ। ਫਤਿਹ ਖਾਲਸਾ, ਜਿੱਥੇ ਵੀ ਮੇਰਾ ਖਾਲਸਾ ਜਾਏਗਾ ਫਤਿਹ ਉਹਦੇ ਚਰਨ ਚੁੰਮੇਗੀ, ਦਰਸ ਪਰਸ ਮਿਟੇ ਸੋਗ। ਮਹਾਰਾਜ ਜੀ ਕਹਿੰਦੇ ਖਾਲਸਾ ਉਹ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਕਥਾ ਕਰਦੇ ਹੁੰਦੇ ਸੀ ਨਾ ਮਹਾਂਪੁਰਸ਼, ਤੇ ਮੈਂ ਜਿਨ੍ਹਾਂ ਨੇ ਮੈਨੂੰ ਅੱਖਰਾਂ ਦੀ ਦਾਤ ਦਿੱਤੀ, ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਮਨਾਵਾ ਵਾਲੇ, ਅੱਜ ਉਹਨਾਂ ਦੀ ਉਮਰ 95 ਸਾਲ ਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਪਹਿਲੇ ਵਿਦਿਆਰਥੀਆਂ ਵਿੱਚੋਂ ਉਹ ਨੇ। 1935 ਦੇ ਵਿੱਚ ਉਹ ਟਕਸਾਲ 'ਚ ਆਏ ਸੀ। 1935 'ਚ 95 ਸਾਲ ਦੀ ਉਮਰ ਹੈ। ਤੇ ਜੇ ਤੁਸੀਂ ਉਹਨਾਂ ਦੇ ਦਰਸ਼ਨ ਕਰੋਗੇ, ਪ੍ਰਸ਼ਾਦ ਪਾਣੀ ਅੱਜ ਆਪਣੋ ਆਪ ਤਿਆਰ ਕਰਦੇ ਆਪਣੇ ਹੱਥੀਂ, ਕਿਰਿਆ ਪ੍ਰਸ਼ਾਦ ਪਾਣੀ ਨਿਤਨੇਮ ਪਹਿਰਾ ਸਭ ਕੁਝ ਆਪ ਸਾਂਭਦੇ। ਇਹ ਉਹਨਾਂ ਦਾ ਪ੍ਰਤਾਪ ਹੈ, ਉਹਨਾਂ ਦੀ ਭਜਨ ਬੰਦਗੀ ਦਾ। ਉਹ ਮੈਨੂੰ ਗੱਲ ਦੱਸਦੇ ਹੁੰਦੇ ਨੇ, ਕਹਿੰਦੇ ਸੁਖਾ ਸਿਆਂ
ਸੰਤ ਜਦੋਂ ਕਥਾ ਕਰਦੇ ਹੁੰਦੇ ਸੀ, ਕਹਿੰਦੇ ਸੀ ਗਿਆਨੀ ਗੁਰਦੇਵ ਸਿੰਘ ਜੀ ਯੂਜ਼ਡ ਟੂ ਟੈਲ ਮੀ, ਥੋੜ੍ਹਾ ਜਿਹਾ ਆਪਾਂ ਇਸ ਪ੍ਰਕਰਨ ਦੀ ਮੁਕੰਮਲਤਾ ਵੱਲ ਨੂੰ ਆਈਏ। ਦਰਸ ਪਰਸ ਮਿਟੇ ਸੋ। What I have said in Punjabi is this: Guru Gobind Singh says, out of the blood of my sons, out of the sacrifice of my mother, out of everything I did in my life, out of all of the meditation I did at Hemkund Sahib, there came one thing. What came out of it? The Khalsa. Guru Gobind Singh says that I am the servant of the Khalsa. That Khalsa which is born from my blood, that Khalsa which is born from my Bani, that Khalsa which is born from my meditation, I stand in front of that Khalsa with my hands folded. And I want to tell you the last thing, Guru Gobind Singh Ji jo kehinde darsh parsh mite so, kehinde mera Khalsa ਉਹ ਹੈ ਜਿਹਦੇ ਦਰਸ਼ਨ ਕਰਦੇ ਆ, ਜਿਹਦੇ ਕੋਲ ਬਹਿੰਦੇ ਆ, ਸਾਰੇ ਦਿਲ ਦੇ ਝੋਰੇ ਚਿੰਤਾ ਜਿੰਨਾ ਵੀ ਦੁੱਖ ਹੈ ਦੂਰ ਹੋ ਜਾਂਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਕਥਾ ਕਰਦੇ ਸੀ ਤੇ ਗੁਰਮੁਖ ਦੇ ਅਰਥ ਕਰਦੇ ਹੁੰਦੇ ਸੀ, ਕਮਾਲ ਦੇ ਅਰਥ ਜਿਹੜੇ ਕੋਸ਼ਾਂ ਵਿੱਚ ਨਹੀਂ ਮਿਲਦੇ। ਮੈਂ ਬੇਨਤੀ ਕਰਾਂ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਕੇਵਲ ਉਹਦੇ ਅਰਥ ਕੋਸ਼ਾਂ ਵਿੱਚ ਨਹੀਂ, ਉਹਦੇ ਅਰਥ ਨਾਮ ਜਪਣ ਵਾਲੇ ਗੁਰਸਿੱਖਾਂ ਦੇ ਸੀਨਿਆਂ ਵਿੱਚ ਉਖੜੇ ਹੋਏ ਹੁੰਦੇ। ਉਹਨਾਂ ਦੀ ਜ਼ਿੰਦਗੀ ਵਿੱਚੋਂ, ਉਹਨਾਂ ਦੇ ਜੀਵਨ ਵਿੱਚੋਂ ਅਰਥ ਜਿਹੜੇ ਪੈਦਾ ਹੁੰਦੇ। ਸੰਤ ਕਹਿੰਦੇ ਹੁੰਦੇ ਸੀ ਗੁਰਮੁਖ ਦੇ ਅਰਥ। ਪਹਿਲੀ ਅਰਥ ਕਰਦੇ ਸੀ ਗੁਰਮੁਖ ਕੌਣ ਹੈ? ਜਿਹਦਾ ਦੁੱਖ ਵੇਲੇ, ਸੁੱਖ ਵੇਲੇ, ਭੋਗ ਵੇਲੇ, ਸੋਗ ਵੇਲੇ, ਰੋਗ ਵੇਲੇ ਕੇਵਲ ਆਪਣੇ ਗੁਰੂ ਵੱਲ ਮੁਖ ਹੋਵੇ। ਜਿਵੇਂ ਕਿ ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਮੁਖ ਕਰਕੇ ਤੇ ਸ਼ਹੀਦ ਹੋ ਰਹੇ। The first meaning of the word Gurmukh is someone who keeps his or her face towards the Guru, whether in happiness, whether in sadness, whether in pain, whether in peace, doesn't matter. ਕਹਿੰਦੇ ਦੂਸਰੇ ਅਰਥ ਨੇ ਗੁਰਮੁਖ ਦੇ ਕਿ ਜਿਹਦੇ ਮੁਖ ਦੇ ਉੱਤੇ ਗੁਰੂ ਤੋਂ ਬਿਨਾਂ ਹੋਰ ਕੋਈ ਗੱਲ ਨਾ ਹੋਵੇ। ਗੁਰਮੁਖ, ਜਿਹਦੇ ਮੁਖ ਦੇ ਉੱਤੇ ਗੁਰੂ ਤੋਂ ਬਿਨਾਂ ਤੀਜੀ ਗੱਲ ਨਾ ਹੋਵੇ। ਕਈ ਵਾਰੀ ਅਸੀਂ ਇਹੋ ਜਿਹੇ ਸਿੰਘਾਂ ਕੋਲ ਜਾਂਦੇ ਹਾਂ, ਅਸੀਂ ਕਹਿੰਦੇ ਯਾਰ ਹੋਰ ਵੀ ਕੋਈ ਗੱਲ ਕਰ ਲੈ, ਕਿਉਂਕਿ ਸਾਡੀ ਬਿਰਤੀ ਦੁਨਿਆਵੀ ਹੁੰਦੀ ਹਨ। ਅਸੀਂ ਦੁਨੀਆ ਦੀਆਂ ਹਲਕੀਆਂ ਫੁਲਕੀਆਂ ਸੁਣ ਕੇ ਰਾਜੀ ਹਾਂ, ਪਰ ਗੁਰਮੁਖ ਕਹਿੰਦਾ ਨਹੀਂ, ਮੇਰੇ ਕੋਲ ਮੇਰੇ ਗੁਰੂ ਦੀ ਗੱਲ ਤੋਂ ਬਿਨਾਂ ਹੋਰ ਤੀਜੀ ਗੱਲ ਕਰੋ ਹੀ। ਹੂ ਇਜ਼ ਅ ਗੁਰਮੁਖ? ਖਾਲਸਾ ਕੌਣ ਹੈ? ਜਿਹਦੇ ਬਾਰੇ ਮਹਾਰਾਜ ਕਹਿ ਰਹੇ ਨੇ ਕਿ ਦਰਸ ਪਰਸ ਮਿਟੇ ਸੋ, ਜਿਹਦੇ ਦਰਸ਼ਨ ਕਰਦਿਆਂ ਹੀ ਅੰਦਰ ਚਿੰਤਾ ਦੂਰ ਹੋ ਜਾਏ, ਜਿਹਦੇ ਦਰਸ਼ਨ ਕਰਦਿਆਂ ਦੁੱਖ ਦੂਰ ਹੋ ਜਾਏ, ਉਹ ਖਾਲਸਾ ਕਿਹੋ ਜਿਹਾ? ਕਹਿੰਦੇ ਨੇ ਗੁਰਮੁਖ, ਜਿਹਦੇ ਮੁਖ ਦੇ ਉੱਤੇ ਗੁਰੂ ਤੋਂ ਬਿਨਾਂ ਦੂਜੀ ਗੱਲ ਨਹੀਂ। ਗੁਰਮੁਖ means that person who keeps his or her face towards the Guru. Especially those of you who don't understand Punjabi, if I'm speaking English, now is the time to try and understand and focus as much as you can. The second art, Gurmukh means someone who doesn't speak about anything else other than their beloved, the Guru, Gurmukh. ਤੀਸਰਾ ਅਰਥ ਕਮਾਲ ਦਾ ਕਰਦੇ ਹੁੰਦੇ ਸੀ ਮਹਾਂਪੁਰਸ਼, ਕਹਿੰਦੇ ਗੁਰਮੁਖ ਕੌਣ ਹੈ? ਜਿਸ ਸਿੱਖ ਦੇ ਚਿਹਰੇ ਦੇ ਦਰਸ਼ਨ ਕਰਦੇ ਹਾਂ, ਜਿਹਦੇ ਮੁਖੜੇ ਦੇ ਦਰਸ਼ਨ ਕਰਦੇ ਹਾਂ, ਜਿਹਦੇ ਅੱਖਾਂ ਵਿੱਚ ਅੱਖ ਮਿਲਾ ਕੇ ਜਦੋਂ ਅਸੀਂ ਵੇਖਦੇ ਹਾਂ, ਜਿਹਦੀ ਤੱਕਣੀ ਵਿੱਚ, ਜਿਹਦੀ ਚੱਲਣੀ ਦੇ ਵਿੱਚ, ਜਿਹਦੇ ਬੋਲਾਂ ਦੇ ਵਿੱਚ ਇਹੋ ਜਿਹੀ ਤਾਕਤ ਹੋਵੇ ਕਿ ਉਹਦੇ ਬੋਲ ਸੁਣ ਕੇ, ਉਹਦਾ ਚਿਹਰਾ ਦੇਖ ਕੇ, ਉਹਦੀ ਨਜ਼ਰ ਵਿੱਚ ਨਜ਼ਰ ਮਿਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਵੇ। ਕਹਿੰਦੇ ਅਸਲ ਗੁਰਮੁਖ ਉਹ ਹੈ ਜਿਹਦੇ ਚਿਹਰੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਹੋਵੇ। ਗੁਰਮੁਖ ਖਾਲਸਾ ਮੇਰੋ ਰੂਪ ਹੈ ਖਾਸ। ਇਹ ਸੰਤਾਂ ਦੇ ਅਰਥ ਨੇ, ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੇ ਸੀਨੇ ਵਿੱਚੋਂ ਨਿਕਲੇ ਹੋਏ ਅਰਥ ਨੇ, ਮੇਰੇ ਕੋਈ ਸ਼ਬਦ ਨਹੀਂ। ਸੰਤ ਕਹਿੰਦੇ ਹੁੰਦੇ ਸੀ ਗੁਰਮੁਖ ਉਹ ਹੈ ਜਿਹਦੇ ਵੱਲ ਦੇਖਦਿਆਂ ਗੁਰੂ ਦੀ ਯਾਦ ਹੋਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਆਵੇ ਸਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਤਿਨਾ ਦੇਖ ਮਨ ਚਾਉ ਉਠਣ ਦਾ, ਹਉ ਕਦ ਪਾਈ ਗੁਣਤਾਸਾ। Who is a Gurmukh? A Gurmukh is that person when you look into his eyes, when you look at his face, when you hear his words, someone whose words, whose face, whose walk, whose talk, when you look into his eyes, you see the love of Guru Gobind Singh shining back at you. That is a Gurmukh. ਦਰਸ ਪਰਸ ਮਿਟੇ ਸੋ। ਮੈਨੂੰ 5 ਮਿੰਟ ਬਾਅਦ ਕਈ ਇਹ ਸਮਝਣਗੇ ਵੀ ਗਿਆਨੀ ਜੀ ਨੇ ਕਿਹਾ ਸੀ ਕਿ ਸਮੇਂ ਸਿਰ ਸਮਾਪਤੀ ਕਰਨੀ ਹੈ ਤੇ ਹੁਣ ਵੀ ਬੋਲੀ ਜਾ ਰਹੇ ਨੇ। ਮੈਂ ਤਾਂ ਬੋਲਦਾ ਪਿਆ ਏ। ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਉਹ ਕੁਝ ਮਿੰਟ ਲੇਟ ਨੇ, ਇਸ ਕਰਕੇ ਉਹਨਾਂ ਦੇ ਆਉਣ ਤੱਕ ਮੈਂ ਬੋਲਦਾ ਰਹਾਂਗਾ। ਤੁਸੀਂ ਇਹ ਨਾ ਸਮਝਿਓ ਕਿਉਂਕਿ ਸੰਗਤ ਵਿੱਚ ਬੈਠੇ ਹੁੰਦੇ ਉਹਨਾਂ ਨੇ ਗਿਆਨੀ ਦੀ ਗੱਲ ਘੱਟ ਸੁਣਨੀ ਹੁੰਦੀ, ਘੜੀ ਵੱਲ ਜ਼ਿਆਦਾ ਦੇਖਣਾ ਹੁੰਦਾ। ਅਤੇ ਮੈਂ ਬੇਨਤੀ ਕਰਾਂ, ਘੜੀ ਪਤਾ ਕੀ ਕਹਿੰਦੀ ਆ? ਘੜੀ ਜਦੋਂ ਇੱਕ ਸਕਿੰਟ ਬਤੀਤ ਹੁੰਦਾ ਉਹ ਕਹਿੰਦੀ ਟਿਕ, ਫਿਰ ਕਹਿੰਦੀ ਆ ਟਿਕ,
घड़ी कह रही है तू इत्थे टिक जा, जे इत्थे टिक जाएगा जिहड़ी सारी दुनिया टिका लभदी फिरदी तैनूं इत्थे ही मिलना है भरावा। घड़ी ये कह रही है। इस करके अपनी घड़ी वाल वेखण दी खेचल ना करो। मैं आपे ही तुहानूं दस दिंदा कि मैं 5 मिनट 10 मिनट वध लावांगा। दर्श परस मिटे सोग। इस गल दे उत्ते खालसा किहो जिहा है जिहदे दर्शन करके ते सोग दूर हो जाते। When you see a खालसा it takes away the pains। कदे संतां दी तस्वीर वाल जदों वेखदे आ ते एक कंबड़ी जी छड़दी आ वखरी जी भी वह है खालसा खास, जिहदी तस्वीर नूं लोकां ने पाड़न की कोशिश की, जलाउण की कोशिश की, पर उन्हां कमलियां नूं नहीं पता कि वह संत की तस्वीर जिहड़ी आ ओह कंधां दे उत्ते दरवाजियां उत्ते जां किसी म्यूजीअम विच नहीं, वो समूह सिखां दे हिरदियां ते सीनियां ते उखड़ी हुई तस्वीर। उस तस्वीर नूं कोई दूर नहीं कर सकदा। केवल इमोशनल नहीं, सच्ची गल है। संतां दी तस्वीर नूं कौन उखाड़ सकदा। खैर मैं बेनती करां दर्श परस मिटे सोग। Seeing the Khalsa takes away your sadness। Seeing the Khalsa takes away your depression and anxiety। एक बारी भाई साहब भाई गुरदास जी बैठे सी, उन्होंने सिखां ने पूछा, कहते भाई साहब तुसी अपनी बाणी च कहते हो कि गुरसिख परमहंस है, तो एक प्रमाण उन्हों का गुरसिख वंशी परमहंस सतगुर सहज सरोवर जाने, क्योंकि तुसी परमहंस लिखिया, तो एक हंस हुंदा है तो एक परमहंस हुंदा है, इन्हां दा फर्क की है सानूं दसो। भाई साहब ने फिर एक कवित उचारण किया, कहते मान सरोवर दियां निशानियां दे के ते हंस चल के जाता है, कहते साध संगत की निशानी दे के झूलदा होया निशान साहब दे के गुरसिख चल के जाता। कहते सिख जो सुने कहते भाई साहब इहदा तां कोई फर्क नहीं होया, वो मान सरोवर दियां निशानियां सुन के जाता है तो वह निशान साहब नूं झूलदे होए नूं वेख के संगत विच जांदा है, तां कोई फर्क नहीं होया। कोई फर्क वाली गल दस। फिर भाई साहब ने कहा, कहते कि हंस जिहड़ा मोती चुगदा है, जिहड़ा गुरसिख है ना, जिहड़ा खालसा है, जिहड़ा गुरमुख है, वो अपनी सुरत दे नाल गुरु दे शब्द दे मोती चुगदा। वो कहते वो भी मोती चुगदा आ, वो भी शब्द दे मोती चुगदा है, भी कोई फर्क नहीं होया। मेरे वर्गे बैठे होए ना तर्कवादी, कहते नहीं ये वो भी कोई फर्क नहीं बनता, गल नहीं बनी। भाई साहब ने एक तीसरा प्रमाण दिता। जदों तीसरा प्रमाण दिता, भाई साहब जी कहते हंस जिहड़ा आ वो अपनी चुंझ मार के दुध ते पानी नूं वखरा कर दिंदा। जिहड़ा गुरसिख आ वो गुरु की बख्शी हुई गुरमत दे नाल मनमत ते गुरमत नूं वखेड़ के देख कि मनमत की है ते गुरमत की है। वो फिर कहते भाई साहब वो दुध ते पानी वखरा करदा आ, वो गुरमत मनमत वखरा करदा है, कोई फर्क तो नहीं होया। भाई साहब जी कहते सिखो तुहाडीआं गल्लां सारियां ठीक ने। मान सरोवर दीआं निशानियां दे के हंस जांदा है, गुरुद्वारे दीआं निशानियां दे के गुरसिख जांदा है। मान सरोवर उत्ते हंस मोती चुगदे आ, संगत विच बैठ के गुरसिख गुरु दे शब्द दे मोती चुगदे आ। पर मैं बेनती करां कई जिहड़े गुरसिख मेरे वर्गे बैठे हुंदे अपने आप नूं कहाउण वाले, उस संगत विच आण के भी मोतियां तो वांझे रह जांदे। किते इहो जिहा ना बणीए कि इत्थे बैठ के भी जिहड़े मोती किर रहे ने ना गुरु दे शब्द दे गुरमत दे, वो असीं प्राप्त ना कर सकीए, ऐसे ना बणीए। इत्थे बैठ के एक एक शब्द नूं भावना नाल अपने अंदर तोल तोल के देखिए कि गुरु कह की रहा ते मैं कर के। खैर कहते ने कि हंस जिहड़ा मोती चुगदा आ, गुरसिख शब्द दा मोती चुगदा आ। हंस दुध ते पानी नूं वख करदा आ, गुरसिख मनमत ते गुरमत नूं वख करदा है। पर भाई साहब ने आख्या सिखो सारियां गल्लां ठीक ने, पर एक बहुत वड्डा फर्क जे। कहते हंस जिहड़ा मान सरोवर ते बहिंदा है ना, ਉਹਦੇ ਕੋਲ ਕਾਂ बैठ जाए, ਉਹਦਾ रंग काले तो कदे चिट्टा नहीं होया। ਉਹਦੇ ਕੋਲ बगला बैठ जाए तो बगले के डड्डू ते मच्छियां फड़न वाली आदत विच कदे तब्दीली नहीं आई। पर कहते गुरसिख खालसा परमहंस वो है जदों एक बारी ਉਹਦੇ ਕੋਲ पापी भी बह जाए, उस पापी नूं भी संत बना के रख दिता। ये गुरसिख दे अंदर ताकत है, ये खालसे दे अंदर ताकत है, ये गुरमुख दे अंदर ताकत है। दर्श परश मिटे सोग। भाई साहब जी का जिहड़ा कवित है मैं आप जी के सामने रखा। भाई साहब जी कहते मानसार हंस साध संग परमहंस, धर्म तुझा धर्मशाला चले आवई। उत मुक्ताहल, मैं अर्थ पहला कर चुका इस करके अर्थ नहीं करना। उत मुक्ताहल, मुक्ताहल दे अर्थ मोती। उत मुक्ताहल आहर दुतिया नासत, इत गुर शब्द सुरत लिव लावई। उत खीर नीर कै निवारु कै बखानियत,
इत गुरमत दुरमत समझावई, उत बाग हंस बंस दुबदा ना मेट सकै, इत काग पाग सम रूप कै मिलावई। भाई साहब भाई गुरदास जी कहते खालसे दे विच, गुरसिख दे विच, महाराज जी दे गुरमुख दे विच इतनी ताकत है, एक पापी नूं भी भगवान तक पहुँचा देते। एक गुरसिख दे अंदर ताकत है। भाई साहब जी जे आ रहे हैं तो मैं छोटी जी एक साखी आप जी के सामने रखांगा प्रोफैसर पूरन सिंह जी के जीवन च। शायद आप जी ने ये सुनी होवे, कईयां ने नहीं सुनी होवे कि एक गुरसिख के कोल बहन दे नाल की मिलता। मैनू कबीर साहब जी का एक शब्द याद आता। कबीर साहब जी कहते कबीर संत न छाड़े संतई, जाओ कोटक मिलै संत, मलियागर भयंगम बेडियो, ता शीतल ता नात जंत। कहते ने भी सप वो चंदन के बूटे नूं वलेट के भी रख देना, वो चंदन के बूटे नूं अपनी जहर चढ़ाउण दी भी कोशिश करन। कहते चंदन के बूटे नूं कदे जहर नहीं चढ़ती, सगों उन्हां सप्पां दे अंदर दी जहर जिहड़ी उन्हां नूं ठंड मिलती। ये है खालसा। दर्स परस मिटे सोग। खालसा इज दैट पर्सन व्हेन यू सिट नेक्स्ट दैट पर्सन इट टेक्स अवे द पेन्स ऑफ योर लाइफ। मैं शुरू की है साखी इस करके मैं इहनूं संपन्नता करांगा। सत्कारयोग भाई साहब जी पंडाल में आ गए ने, मैं उन्होंने जियों आया आखदा, पर मैं जो ये साखी आप जी नूं कही है मैं सुना के तो फिर खिमा का जज होवांगा। कहते कि 1911 दे विच सिख एजुकेशनल कॉन्फ्रेंस रखा गया सी पाकिस्तान की धरती ते उहदे विच उन्होंने एक बहुत उच्चे उगे साइंसदान जिन्हां दा नाम है स्वामी पूरन, जिन्होंने तुसी प्रोफैसर पूरन सिंह करके जानते हो, उन्होंने बुलाया सी भाषण देने वास्ते। उन्होंने बोलना सी ऑर्गैनिक फार्मिंग बारे, जिहदे बारे अज असी ये सारी दुनिया कह रही है कि ऑर्गैनिक फार्म करो। उहदे बारे प्रोफैसर पूरन सिंह जी 1911 में बोलने वास्ते आए सी। ते कहते ने उस वेले उन्हों का नाम सी स्वामी पूरन। मैं थोड़ा जिहा उन्हों का पिछोकड़ आप जी नूं दसां। बड़े होनहार सीगे ते छोटे हुंदियां होया माता पिता ने बड़ी मेहनत दे नाल मशक्कत दे नाल उन्हां नूं पढ़ाया, पढ़ा लिखा के ते पूरन सिंह जी नूं जापान तो स्कॉलरशिप मिल गई। In those years in the 1900s, Professor Puran Singh got a scholarship to Japan. How is it sitting next to a Khalsa changes your life? खैर प्यारियो कहते ने कि स्कॉलरशिप मिल गई। पूरन सिंह जी जापान चले गए, टोक्यो जिहड़ा उन्हां दा मेन शहर है। तो प्रोफैसर पूरन सिंह जापानी, जर्मन, इंग्लिश, हिंदी, उर्दू, पंजाबी ये सारिया भाषावां दे विच ओह कमाल सन। ही कुड स्पीक जर्मन, जापानीज, इंग्लिश, हिंदी, उर्दू, पंजाबी, ऑल ऑफ दीज लैंग्वेजेस। कहते ने कि जदों उत्थे गए तो उत्थे जांदियां सार दिल बड़ा कोमल सी। बोधी भिक्षुआं दे कोल बैठे, उन्हां दे मठां च गए, उन्हां दा मन कीता मैनू बड़ी शांति मिली है, मैं भी इन्हां विच रल जा। केस कतल करा के ते पहला बोधी भिक्षु बन गया। उस तो बाद स्वामी राम तीर्थ जी सन्यासी होए ने, वो आए जापान, उन्हां दी संगत कीती। जदों उन्हां दी संगत कीती फिर उन्हां दे मन विच आया मैं सन्यासी बाणा धारण कर, भगवा बाणा पा लिया, सिर दे केस बिल्कुल जिहड़े कतल कराते ते अपना नाम रख लिया स्वामी पूरन। Puran Singh went to Japan. First he converted to Buddhism, then he converted to the Hindu religion, to being a sannyasi. They wear pink clothes and he cut all his hair. खैर प्यारिओ 1911 ਦੇ ਵਿੱਚ ਕਾਨਫਰੰਸ ਹੋਇਆ, ਉੱਥੇ स्वामी पूरन ਨੂੰ ਬੁਲਾਇਆ ਗਿਆ। ਜਦੋਂ ਬੁਲਾਇਆ ਗਿਆ ਤੇ ਉਹਨਾਂ ਨੂੰ ਜਿੰਨੇ ਵੀ, ਕਿਉਂਕਿ ਅੱਜ ਦੀਆਂ ਕਾਨਫਰੰਸਾਂ ਵਰਗੀਆਂ ਉਹ ਕਾਨਫਰੰਸ ਨਹੀਂ ਸੀ, ਉਹ ਭਾਵਨਾ ਵਾਲੇ ਗੁਰਸਿੱਖ ਸੀ। ਉਹਨਾਂ ਨੇ ਇੱਕ ਸ਼ਰਤ ਰੱਖੀ ਸੀ, ਕਹਿੰਦੇ ਜਿਹਨੇ ਵੀ ਇਸ ਕਾਨਫਰੰਸ ਵਿੱਚ ਬੋਲਣਾ ਹੈ, ਜਿਹੜੇ ਵੀ ਵਿਦਵਾਨ ਨੇ ਮੰਚ ਤੇ ਆਉਣਾ ਹੈ, ਉਹਨੂੰ 1 ਘੰਟਾ ਕੀਰਤਨ ਸੁਣਨਾ ਪਏਗਾ, ਅਰਦਾਸ ਦੇ ਵਿੱਚ ਖੜੇ ਹੋਣਾ ਪਏਗਾ, ਹੁਕਮਨਾਮਾ ਸੁਣ ਕੇ ਉਸ ਤੋਂ ਬਾਅਦ ਹੀ ਕੋਈ ਬੋਲ ਸਕਦਾ। ਜੇ ਕੀਰਤਨ ਹੁੰਦਿਆਂ ਹੋਇਆ ਕੋਈ ਵਿਦਵਾਨ ਉੱਠ ਕੇ ਚਲੇ ਜਾਏ ਤੇ ਅਸੀਂ ਉਹਨੂੰ ਮੰਚ ਤੇ ਬੋਲਣ ਨਹੀਂ ਦੇਣਾ। ਇਹ ਉਸ ਵੇਲੇ ਸਿੰਘ ਸਭਾ ਲਹਿਰ ਦੇ ਗੁਰਮੁਖਾਂ ਦਾ ਸੁਭਾਅ ਸੀ, ਗੁਰਮੁਖਾਂ ਵਾਲਾ ਸੁਭਾਅ ਸੀ। ਅੱਜ ਦੀਆਂ ਪੰਥਕ ਕਾਨਫਰੰਸਾਂ ਵਾਂਗੂ ਨਹੀਂ ਸੀ। ਉਹ ਬਹੁਤ ਇੱਕ ਭਾਵਨਾ ਵਾਲਿਆਂ ਦਾ ਇਕੱਠ ਸੀ। ਖੈਰ ਕਹਿੰਦੇ ਨੇ ਕਿ
उस स्टेज के उत्ते जो स्वामी पूरन सिंह बैठे संगत में, तो उत्थे एक बहुत महान कीर्तनी होए ने भाई साहब भाई हीरा सिंह जी रागी। भाई हीरा सिंह ने वाजा खोलिया, कीर्तन करना शुरू किया। तो मैं बेनती करा, भाई हीरा सिंह ऐसे कीर्तनी है, कहते ने कि 6-6 8-8 घंटे गुरु ग्रंथ साहब के सामने बैठ के बिना वाजे तो, बिना तबले तो, बिना संगत तो उन्होंने कीर्तन करना। तो मेरे वर्गिया ने पूछना, कहना भाई साहब तुसी किहड़ों कीर्तन सुना रहे हो। उस वेले भाई हीरा सिंह जी हस के कहते सी, भोलिया मैं कीर्तन के दाते नूं कीर्तन सुना रहा। इहो जे कीर्तनी सन, संगत का इकट्ठ वेख के नहीं, गुरु ग्रंथ साहब जी वाल नूं वेख के ते हर वेले कीर्तन कर। खैर कहते ने जो वाजा खोलिया, कीर्तन कर लगे, स्वामी पूरन सिंह दी अखां विचों पानी चलन लग पिया। बाणी उचरे साध जन अम्मियों चले चरणे, अमृत बचन साध की बाणी। जो एक कमाई वाला इस बाणी नूं पढ़दा है, मैं बेनती करा पढ़ते आपां भी आ, पर वो असर नहीं होंदा। एक उदाहरण ये है, तीर अंदाजी दे विच मेरे वर्गा तीर चलाए कुछ मीटर तक भी नहीं जा सकता। जिन्हें तीर अंदाजी विच मुहारत हासिल की है, जिन्हें कसरत की है, उस चीज़ नूं हंडाया, ਉਹਦਾ तीर कईयां दे सीनियां नूं विढ़ के चले जाता है। स्वामी पूरन संगत विच बैठे सी, हत्थ विच परचा फड़िया सी, सारा परचा उन्हां दे नेत्रां दे हंझूआं नाल भर गया, रोई गए। स्वामी पूरन सिंह भाई हीरा सिंह डस कीर्तन, tears start running out of his eyes। ते कहंदे उस वेले उन्हां दा समा हो गया स्टेज ते बोलण दा। उन्हां नूं बुलाया गया कि तुसीं आके बोलो। स्वामी पूरन ने अपना परचा फड़िया, हत्थ दे विच रोई जांदे। ਜਦੋਂ माइक ते आए कुछ बोले नहीं, कहते गुरु नानक दी संगते मैं बहुत पापी हाँ, मैनू बख्श लो, मैं गुनहगार हाँ, मैं औगणियारा हाँ, मैं गुरु गोबिंद सिंह तो मुँह मोड़ लिया, मैं गुरु गोबिंद सिंह दी सिੱਖੀ नूं त्याग दिता, मैनू माफ़ कर दिओ, मैं पापी हाँ, मैं औगणा वाला हाँ। प्यारिओ कहंदियां कहंदियां इदां ही एक घंटा लंघ गया। 1 hour passed away। भाई साहब जी was crying, tears running down his eyes। कहते उस स्टेज के उत्ते जिहड़ा सकत्तर सी वो बड़ा सूझवान सी। जदों भाई साहब जी स्वामी पूरन ने अपना जिहड़ा भाषण जो भी सी जदों उन्होंने संपूर्ण किया, तो उस वेले उन्होंने डॉक्टर भाई वीर सिंह नूं बुलाया। भाई वीर सिंह नूं बुला के स्वामी पूरन के हत्थ जिहड़े आ वो डॉक्टर भाई वीर सिंह जी के दोवें हत्थों में उन्होंने इस तरह फड़ के तो इस तरह दबोच लिया। कहते डॉक्टर साहब हुण ये लोहा जिहड़ा बड़ा तपदा पिया है, हुण एक बारी तुसीं चोट मार के ते इहनूं बना दिओ सोना। ये सकत्तर ने कहा सी भाई वीर सिंह। भाई वीर सिंह ने अपने सीने नाल लाया, हत्थ अपना सिर ते रखिया स्वामी पूरन दे। उन्होंने कोई साडे वर्गा हुंदा कहना सी तू पापी है, तू केस कतल कर, ते नहीं इक्को ही गल आखी, कहंदे इन्ने कोमल केसां नूं लोहे दी कैंची नाल कट दिओ। बस आ सुणदिआं सार स्वामी पूरन दीआं भुब्बां निकल गई। कहती नहीं अज ही मेरे सिर के उत्ते दस्तार सजाओ। भाई वीर सिंह जी कोल कई घंटे बैठे, मैं गल लमकावां ना, भाई साहब जी आ गए ने, मैं गल तोड़ लई सी, इस करके इहनूं संपन्न करके फिर फतेह बुलावांगा। कहते ने कि 6-6 घंटे भाई वीर सिंह के कोल बैठे रहे, दरस परस मिटे सो। कहते उस दिन भाई वीर सिंह जी नूं आख्या, भाई साहब मैनूं छड्डो ना, मैनूं नाल लैके जाओ। 4 महीने श्री अमृतसर साहब भाई वीर सिंह जी की कोठी विच रहे। कदे उस कोठी के दर्शन करियो। हरमंदर साहब जाण वालिओ, हरमंदर जिथे मत्था टेकदे हो, हरमंदर विच बैठ के बंदगी तपस्या करने वाले के घरां नूं जरूर देखे। उस घर दे विच इतनी शांति है। मैं पहली बारी गया इस साल, मैं बेनती करा जदों उत्थों तुरे सी मेरी अखां दे विचों हंझू आ गए। मैं कहा भाई साहब अज भी तुहाडे बंदगी की जिहड़ी करामात इत्थे वरतदी पई, ये अत कथनी नहीं है, मैं अपने दिलों कह रहा, ये केवल भाषण के शब्द नहीं, सच्ची जो उत्थे महसूस होया। कहते ने कि भाई वीर सिंह जी के घरे 4 महीने रहे। आई एम नॉट स्पीकिंग दैट मच इंग्लिश, माई पंजाबी इज़ वेरी सिंपल, होपफुली यू कैन अंडरस्टैंड। कहते 4 महीनों तो बाद प्रोफैसर पूरन सिंह जी कहते अमृत। भाई वीर सिंह ने आख्या अजे अमृत नहीं, पहला बोधी बन गया, फिर सन्यासी बन गया, हुण अमृत नहीं, पहला भांडा तैयार कर। घरे गए तो घर जदों गए कुछ महीने लंघ गए, रात नूं नींद नहीं आउंदी। प्रोफैसर पूरन सिंह जी ने एक चिट्ठी लिखी, कहते बाबल बेटी सोई सोई झट जागदी, अपने बाबल पासों कुछ मंगदी, मेरा डाडा जी उड़ा उतावला, मेरा काज रचाई वे बाबला। ये चिट्ठी लिख के भाई साहब भाई वीर सिंह जी को भेजी।
भी हुण मैनूं अमृत की दात दे दे। भाई साहब जी ने चिट्ठी पढ़ी, प्रोफैसर पूरन सिंह नूं घरे बुलाया, अपने घर विच अमृत संचार कराया, स्वामी पूरन तो प्रोफैसर पूरन सिंह बनाता। अगले साल 1912 की सिख एजुकेशनल कॉन्फ्रेंस आई, पर इस साल भगवे बाणे च नहीं, इस साल रुंड मुंड होके नहीं, इस साल सीस के उत्ते सोहना चिट्टा गोल दस्तारा, गल दे विच चिट्टा कुर्ता पजामा, काले रंग का गातरा, छोटी सिरी साह पहनी हुई प्रोफैसर पूरन सिंह स्टेज ते आए। पिछले साल वो खेतीबाड़ी बारे गल करना आए सी, 1912 दे विच जाप साहब बारे परचा लिख के आए सी कि जाप साहब दे विच गुरु गोबिंद सिंह की रहमत। फिर प्यारिओ एक मेरे वर्गा बैठा सी, कहंदा पिछले साल ते रुंड मुंड सी, पिछले साल तू भगवा कपड़े पाए सी, पिछले साल तू इस तरह, तो हुण तैनूं की हो गया। उस वेले स्वामी पूरन ने, प्रोफैसर पूरन सिंह जी ने उन्होंने कोई साडे वांगू अपशब्द नहीं बोले, हथ जोड़ के अखां मीट लईआं ते एक रुबाई गाई। रुबाई सुल्तान बाहू तो चली, आप जी सूझवान बैठे हो, सुल्तान बाहू जी ने रुबाई एक कविता, एक छंदबंदी है, उन्होंने शुरू की, एक रुबाई गाई। और रुबाई के अर्थ सी कि ये पुछण वालिया, गुरसिੱਖੀ का बीज मेरे विच भाई वीर सिंह खालसे ने पाया, इनू अमृत का पानी मिलिया है, अमृत के पानी नाल सिंजिया गया है, मेरे रोम रोम दे विच इहदियां महकां खिलर गईयां ने। कहंदे ने मैं उस गा के आप जी नूं सुना देवां। उस वेले प्रोफैसर पूरन सिंह जी ने रुबाई गाई, भाई वीर सिंह जी वाल नूं हथ खड़ा करके कहंदे अल्फ अल्लाह चंबे दी बूटी, मेरे मन विच गुरमुख लाई हूँ, आबे हयात दा पानी मिलिया, नहर अर्श तो आई हूँ, अंदर बूटी मुश्क मचाया, जद फुल्लण विच आई हूँ, जुग जुग जीवे मेरा गुरमुख बाबल। भाई वीर सिंह जी वाल दोवें हाथ जोड़ के कहंदे जुग जुग जीवे मेरा गुरमुख बाबल, जिने बूटी लाई हूँ। प्रोफैसर पूरन सिंह ने आख्या, दुनिया के लोगों, मैं पाप के रास्ते ते चल गया सी, कलगियां वाले तो मूँह मोड़ लिया सी, मेरे अंदर नूं तब्दील करने वाला, मैनू कच्चे लोहे तो सोना बनाने वाला, मैनू सिमल तो चंदन का बनाने वाला केवल एक भाई वीर सिंह जी के अंदर की रहमत सी। प्यारिओ जजन भजन मम खालसा, खालसा पूजवे जोग, दास गोबिंद फतेह खालसा, दरस परस मिटे सोग। इहो जे खालसियां दे दर्शन करके जन्मां जन्मां दे पाप जिहड़े आ वो भी धोते जाते हैं। इहो जे खालसे दे दर्शन करके अंदर दी सारी चिंता दूर हो जाती है। बस अज असी गुरु साहब अगे अरदास करिए, कलगियां वालिया तेरे तो असी भी मूँह मोड़ बैठे हाँ, किरपा कर साडे लिखे हुए बिदावे आप जी पाड़ दिओ, सानू अपने खालसे दे विच रला लो, सानू अपने खालसे दे दर्शन बख्शो। आओ प्यारिओ इतनियां क बेनतियां प्रवान करनियां जी। सत्कारयोग भाई साहब भाई बलदेव सिंह जी वडाला, जिन्हां ने लम्मा समा धन गुरु रामदास सच्चे पातशाह जी की दर घर की सेवा निभाई है। श्री गुरु रामदास जी की बहुत बख्शिश है भाई साहब जी उत्ते। मेरे आनंद कारज विच भी भाई साहब जी ने कीर्तन किया सी, इन्हां दे नाल बहुत स्नेह है अपने परिवार का। सो मैं भाई साहब जी नूं दो हथ जोड़ के जियों आया आखदा है। धन गुरु रामदास आप जी के दर घर के सेवादारां की इसी तरह आप जी चढ़ती कला बना के रखनी। सारी संगत बख्शो असीस, सिर ते रखो मेरा भरे हाथ, गुरु फतेह गज गज के प्रमाण करनी जी। आखना वाहिगुरू जी का खालसा वाहिगुरू जी की फतेह।